रही है, हमें यूरोप में भी हर घर में ये पैगाम पहुँचाना है कि इनका इस्लाम से कोई ताल्लुक नहीं है। इस बात को अपने शामिल कर लें अपनी ज़िंदगी में, तो ज़िंदगी बहुत ही खूबसूरत हो जाएगी। पम्फलेट बनवाएँ, मुफ्ती साहब से किसी से उसका ले लें स्केच के कैसे बनाने हैं, प्रिंट निकलवा लें, फ़ोटोस्टेट बनवाएँ, छोटे-छोटे कार्ड्स बनवा लें, लोगों को अवेयरनेस दें कि ये जो लोग हैं ये मुसलमान नहीं हैं, जो ये कह रहे हैं कि हम पीस वाले, प्यार वाले लोग हैं, इनका इस्लाम से कोई ताल्लुक नहीं, ये नॉन मुस्लिम है। और लॉ भी बताएँ साथ पाकिस्तान का, कौन-कौन सा लॉ इनकी खिलाफ है, ये पाकिस्तान से दौड़े हुए हैं, ये मुर्ताद हैं। बस ये काम अगर नहीं, सारे मिलके करें ना, यही यूरोप करेंगे में, इंशाल्लाह। यूके में, हर जगह, कनाडा, अमेरिका, हर जगह। और मैं कहती हूँ कि आपकी रिज़्क में भी बरकत पड़ेगी, आपके कामों में भी, आपकी सेहत में भी, आपकी ज़िंदगी में भी इंशाअल्लाह। इंशाल्लाह। अच्छा, माशाल्लाह मुफ्ती साहब भी आ गए। मुफ्ती साहब अस्सलाम वालेकुम सरकार। जी वालेकुम सलाम व अ, रहमतुल्लाह। मुफ्ती साहब, मैं ना एक बड़ी ही सीरियस टॉपिक ते तुहाडे नाल गल करनी है। मैं ऑलरेडी एक इनकी कहंदे ने एक ਜਿਹੜੀ ਚੀਜ਼ ਰਿयलाइज ਕੀਤੀ ਹੈ ਨਾ, ਉਹੀ ਦੁਬਾਰਾ ਹੋਣ ਨਹੀਂ ਜਾਂਦੀ, ਦੇਖਣਾ ਪਿਆ। ਮੁਫਤੀ ਸਾਹਿਬ, ਜਦੋਂ ਤੁਸੀਂ ਟਿਕਟੌਕ ਤੇ ਨਹੀਂ ਸੋ, ਠੀਕ ਹੈ, ਇਹਨਾਂ ਦੀਆਂ 3-4 ਬਰਾਡਾਂ ਚੱਲਦੀਆਂ ਸਨ ਜਿਨ੍ਹਾਂ ਦੇ ਉੱਤੇ ਬੜੀ ਟ੍ਰੈਫਿਕ ਹੁੰਦੀ ਸੀ, ਠੀਕ ਹੈ। 2-3 ਹਫ਼ਤੇ ਪਹਿਲੇ ਤੁਸੀਂ ਵੀ ਇਸ ਚੀਜ਼ ਦੇ ਵਿਟਨੈਸ ਹੋ, ਜਦੋਂ ਦੇ ਤੁਸੀਂ ਆਏ ਹੋ, ਠੀਕ ਹੈ। ਤੇ ਇਹਨਾਂ ਦੀਆਂ ਬਰਾਡਾਂ ਦਾ ਅਸੀਂ, ਮੈਂ ਕਹਿੰਦਾ ਕਿ ਉਜਾੜ ਬਣਾ ਛੜਿਆ ਸੀ। ਇਹਨਾਂ ਦੀਆਂ ਬਰਾਡਾਂ ਦੇ ਉੱਤੇ ਕੁਝ ਠੁੱਕਦਾ ਨਹੀਂ ਸੀ ਜਾ ਕੇ। ਤੇ ਮੁਫਤੀ ਸਾਹਿਬ, ਮੇਰੇ ਖਿਆਲ ਨਾਲ ਇਹ ਸਾਡੀ ਆਪਸ ਦੀ ਹੀ ਮੇਰੇ ਖਿਆਲ ਨਾਲ ਗਲਤੀ ਹੈ ਕਿ ਇਹਨਾਂ ਨੇ ਆਪਣੇ ਉਹ ਬਿੱਲ ਦੇ ਵਿੱਚ ਫਿਰ ਘੁਸਦੇ ਨੇ ਜਾ ਕੇ, ਤੇ ਸਾਡੇ ਮੁਸਲਮਾਨ ਭੈਣ ਭਰਾ ਜਿੰਨੇ ਵੀ ਨੇ ਨਾ, ਉੱਥੇ ਜਾ ਕੇ ਫਿਰ ਉਹਨਾਂ ਨੂੰ ਟ੍ਰੈਫਿਕ ਦੇ ਦਿੰਦੇ ਨੇ ਪਏ। ਤੇ ਮੁਫਤੀ ਸਾਹਿਬ, ਪਲੀਜ਼ ਇਹ ਜਿਹੜੀ ਚੀਜ਼ ਹੈ ਨਾ, ਇਹਨੂੰ ਥੋੜ੍ਹਾ ਜਿਹਾ ਰੱਖੋ ਕਿ ਹਰ ਬੰਦਾ, ਆਪਣੇ ਮੁਸਲਮਾਨ ਜਿੰਨੇ ਵੀ ਨੇ, ਆਪਣੀਆਂ ਬਰਾਡਾਂ ਦੇ ਉੱਤੇ ਰਹੋ। ਕੋਈ ਜ਼ਰੂਰਤ ਨਹੀਂ ਹੈ ਕਿਸੇ ਦੀ ਬਰਾਡ ਦੇ ਉੱਤੇ ਜਾ ਕੇ। ਤੇ ਇਹ ਹੁਣ ਕੀ ਕਰਨ ਲੱਗ ਪਏ ਨੇ, ਇਹ ਸਿੱਧੀਆਂ ਗੁਸਤਾਖੀਆਂ ਸ਼ੁਰੂ ਹੋ ਗਈਆਂ ਨੇ ਮੁਫਤੀ ਸਾਹਿਬ। ਇਹ 3-4 ਦਿਨਾਂ ਦੇ ਵਿੱਚ ਇਹਨਾਂ ਨੇ 2-3 ਬੰਦੇ ਨੇ ਜਿਨ੍ਹਾਂ ਨੇ, ਕਦੀ ਕਾਲੂ ਨੇ ਕੀਤੀ ਹੈ, ਜੱਜੇ ਨੇ ਕੀਤੀ ਹੈ, ਤੇ ਇਹ ਹੁਣ ਸਿੱਧੇ ਜਿਹੜੇ ਨੇ ਨਾ, ਆਪਣਾ ਜਿਹੜਾ ਰੇਲ ਫੇਸ ਹੈ ਉਹ ਦਿਖਾਉਣਾ ਸ਼ੁਰੂ ਕਰ ਛੜੇ ਨੇ। ਹੁਸੈਨੀ ਦੀ ਵੀ ਬਰਾਡ ਹੈ, ਉਹਨੂੰ ਵੀ ਜਿੰਨੇ ਵੀ ਸਾਡੇ ਮੁਸਲਮਾਨ ਨੇ ਸਾਰੇ ਉਹਨੂੰ ਜਾ ਕੇ ਤੇ ਫੇਮ ਦਿੰਦੇ ਨੇ। ਮੈਂ 2 ਦਿਨ ਦੇਖਿਆ ਵੇ, ਹੁਸੈਨੀ ਦੀ ਬਰੋਡ ਦੇ ਐਨੇ ਬੰਦੇ ਨਹੀਂ ਸਨ ਹੁੰਦੇ। ਮੈਂ ਬਿਮਾਰ ਸਾਂ, ਮੈਂ ਕਿਹਾ ਚੱਲ ਆਪਣੀ ਕੀ ਆਨ ਕਰਨੀ ਹੈ, ਮੈਂ ਦੂਜਿਆਂ ਦੀ ਜਾ ਕੇ ਚੈੱਕ ਕਰਨਾ। ਮੈਂ 2 ਦਿਨ ਹੁਸੈਨੀ ਦੀ ਬਰੋਡ 'ਤੇ ਗਿਆ ਵਾਂ, ਉੱਥੇ ਵੀ ਬੜੀ ਰੌਣਕ ਲੱਗੀ ਹੈ। ਪਲੱਸ ਉੱਥੇ ਜਿੰਝ ਉਹ ਹੰਜ਼ੀਰ ਨੂੰ ਉਹਦਾ ਨਾਂ ਬੁਲਾਇਆ ਜਾਂਦਾ ਵੇ, ਮੈਂ ਉਸ ਵਜ੍ਹਾ ਤੋਂ ਮੈਂ ਕਿਹਾ ਹੁਸੈਨੀ ਸਾਹਿਬ ਅੱਜ ਤੋਂ ਬਾਅਦ ਮੈਂ ਤੁਹਾਡੀ ਲਾਈਫ 'ਤੇ ਨਹੀਂ ਆਉਂਦਾ, ਕਿਉਂਕਿ ਮੈਂ ਇਹ ਗੁਸਤਾਖੀਆਂ ਸੁਣ ਹੀ ਨਹੀਂ ਸਕਦਾ। ਦੂਸਰੀ ਗੱਲ, 49 ਦੀ ਲਾਈਵ ਦੇ ਉੱਤੇ 13 ਬੰਦੇ ਬੈਠੇ ਦੇ ਨੇ, ਮੈਂ ਗਿਆ ਵਾਂ 3 ਮਿੰਟਾਂ ਬਾਅਦ ਜਨਾਬ ਉੱਥੇ 70-80 ਬੰਦਾ ਹੋ ਗਿਆ। ਤੇ ਅਸੀਂ ਕਿਉਂ ਲੋਕਾਂ ਦੀਆਂ ਬਰਾਡਾਂ ਦੇ ਉੱਤੇ ਜਾ ਕੇ ਇਹ ਮਰਜ਼ਈਆਂ ਕੰਜਰਾਂ ਨੂੰ ਫੇਰ ਜਿਹੜਾ ਵੇ ਅਸੀਂ ਉਹਨੂੰ ਕੀ ਕਹਿੰਦੇ ਨੇ ਉਹ ਟ੍ਰੈਫਿਕ ਦੇ ਰਹੇ ਹਾਂ। ਵਾਈ ਵੀ ਨੀਡ ਟੂ ਡੂ ਦਿਸ। ਤੇ ਮੈਂ ਤੇ ਇਹ ਚੀਜ਼ ਦੇਖੀ ਕਿ ਅੱਜ ਤੋਂ ਬਾਅਦ ਜਿਹੜਾ ਵੀ ਮੁਸਲਮਾਨ ਉਹਨਾਂ ਦੀਆਂ ਬਰਾਡਾਂ ਤੇ ਬਹਿ ਕੇ ਤੇ ਇਹ ਕਰਦਾ ਸ਼ੁਰੂ ਦੇਖਿਆ ਨਾ, ਤੇ ਮੈਂ ਉਹਨੂੰ ਟੰਗ ਲੈਣਾ। ਮਰਜ਼ਈ ਤੇ ਬਾਅਦ ਚ ਟੰਗਾਂਗੇ, ਫਿਰ ਹੁਣ ਇਹਨਾਂ ਆਪਣੇ ਮੁਸਲਮਾਨਾਂ ਨੂੰ ਟੰਗਾਂਗੇ। ਜੀ ਮੁਫਤੀ ਸਾਹਿਬ, ਤੁਸੀਂ ਇਹਦੇ 'ਚ ਕੋਈ ਪਲੀਜ਼ ਆਪਣੇ ਕੋਈ ਦੱਸ ਛੜੋ। ਅੱਛਾ, ਗੁਜ਼ਾਰਿਸ਼ ਹੈ ਵੇ ਕਿ ਗੁਸਤਾਖੀ ਉਹ ਕੋਈ 3 ਹਫ਼ਤੇ ਪਹਿਲੇ ਤੂੰ ਨਹੀਂ ਕਰ ਰਹੇ। ਗੁਸਤਾਖੀ ਤੇ ਇਹ ਮਿਰਜ਼ੇ ਕਾਦੀਆਨੀ ਤੋਂ ਸ਼ੁਰੂ ਹੋਈ ਹੈ, ਤੇ ਉਹ ਤੇ 120 ਸਾਲ ਤੇ ਜਾਂ 150 ਸਾਲਾਂ ਤੋਂ ਉਹ ਗੁਸਤਾਖੀਆਂ ਕਰ ਰਹੇ ਨੇ। ਨਹੀਂ, ਮੈਂ ਹੁਣ ਦੀ ਗੱਲ ਪੈ ਕਰਨਾ ਮੁਫਤੀ ਸਾਹਿਬ। ਹੁਣ ਜਿਹੜਾ 2-3 ਹਫ਼ਤੇ ਤੋਂ ਮੈਂ ਦੇਖਣਾ, ਮੈਕਸੀਮਮ 2 ਹਫ਼ਤੇ ਹੋਏ ਨੇ, ਜਿਹੜੀ ਟ੍ਰੈਫਿਕ ਅਸਾਂ ਤੋੜੀ ਸੀ ਨਾ, ਉਹੀ ਵਾਪਸ ਉੱਥੇ ਜਾ ਰਹੀ ਹੈ ਮੁਫਤੀ ਸਾਹਿਬ। ਤੇ ਸਾਡੇ ਮੁਸਲਮਾਨ ਭੈਣ ਭਰਾ ਹੀ ਉੱਥੇ ਜਾਂਦੇ ਨੇ ਪਏ, ਤੇ ਤਾਂ ਹੀ ਉਹਨਾਂ ਨੂੰ ਮਿਲਦੀ ਹੈ ਪਈ। ਅਸੀਂ ਨਹੀਂ ਸਾਂ ਜਾਂਦੇ, ਇਹਨਾਂ ਨੂੰ ਕੋਈ ਕੁੱਤਾ ਨਹੀਂ ਸੀ ਪੁੱਛਦਾ। ਇਹ ਜਿਹੜੇ 2-4 ਮਨਾਜ਼ਰੇ ਕੀਤੇ ਨੇ ਨਾ ਅਸੀਂ ਇਹਨਾਂ ਨਾਲ, ਤੇ ਆਵਾਮ ਨੂੰ ਪਤਾ ਲੱਗਾ ਨਾ, ਤੇ ਆਵਾਮ ਇਹਨਾਂ ਨੂੰ ਉਹਨੂੰ ਕੁੱਤਾ ਵੀ ਨਹੀਂ ਸੀ ਪੁੱਛਦਾ। ਉੱਥੇ ਬੈਠੇ ਰਹਿੰਦੇ ਹਨ ਇਕੱਲੇ, ਕੋਈ 5-7 ਜਣੇ ਆਪਸ ਦੇ ਵਿੱਚ ਹੀ, ਤੇ ਉੱਥੇ ਕਦੀ ਗਾਣੇ ਬੋਲਦੇ ਸਨ ਤੇ ਕਦੀ ਗਰਮ ਆਂਡੇ ਵੇਚਦੇ ਸਨ। ਤੇ ਫਿਰ ਹੁਣ ਅਸੀਂ ਇਹ ਮੁਸਲਮਾਨਾਂ ਨੇ ਉੱਧਰ ਦਾ ਰੁੱਖ ਕਰ ਛੜਿਆ, ਉਹ ਜੱਜਾ ਨਹੀਂ ਉੱਥੇ ਚੱਲਣੇ, ਇਹ ਕਰਨੇ, ਉਹ ਕਰਨੇ, ਆਪਣੀਆਂ ਬਰਾਡਾਂ ਤੇ ਬਹੁਤ ਚੁੱਪ ਕਰਕੇ। ਜਿਹਨੂੰ ਜ਼ਰੂਰਤ ਹੈ ਇੱਥੇ ਆ ਕੇ ਤੁਹਾਡੇ ਸਾਹਮਣੇ ਸੀ ਨਾ ਮੁਫਤੀ ਸਾਹਿਬ, ਡਾਕਟਰ ਜ਼ਕਰੀਆ ਵੀ ਥੱਲੇ ਬੈਠਾ ਹੁੰਦਾ ਸੀ, ਜੱਜਾ ਵੀ ਥੱਲੇ ਬੈਠਾ ਹੁੰਦਾ ਸੀ, 49 ਵੀ ਥੱਲੇ ਬੈਠਾ ਹੁੰਦਾ ਸੀ, ਇਹੀ ਬਰਾਡ ਸੀ। ਇਹ ਨਵੇਂ ਮੁੰਡਿਆਂ ਨੂੰ ਮੈਂ ਇਸ ਵਾਸਤੇ ਕੰਮ ਦਿੱਤਾ ਸੀ ਕਿ ਤੂੰ ਵੀ ਬਰਾਡ ਖੋਲ, ਤੇ ਆਪਣੀਆਂ ਬਰਾਡਾਂ ਦੇ ਉੱਤੇ ਰਵੋ।
ਇਹਨਾਂ ਨੇ ਹੁਣ ਕੰਮ ਸ਼ੁਰੂ ਕੀ ਕੀਤਾ ਜਨਾਬ ਕਿ ਜਿਹਨੂੰ ਦੋ ਚੁ ਫਿਕਰੇ ਆਉਂਦੇ ਨੇ ਉਹ ਚੁੱਪ ਕਰਕੇ ਉੱਥੇ ਟੁੱਟ ਜਾਂਦਾ ਵੇ ਤੇ ਆ ਜਾਂ ਤੇ ਬਿਸਤ ਹੋ ਗਿਆ ਜਾਂਦਾ ਵੇ ਤੇ ਜਾਂ ਉੱਥੇ 100-150 ਵੱਡਾ ਬੰਦਾ ਇਕੱਠਾ ਕਰਕੇ ਤੇ ਪਤਾ ਅੰਬ ਦਾ ਵੀ ਨਹੀਂ ਹੁੰਦਾ ਤੇ ਉੱਥੇ ਜਾ ਕੇ ਤੇ ਬਤੱਕਾ ਲਾ ਦਿੰਦਾ ਵੇ। ਜੀ ਮੁਫਤੀ ਸਾਹਿਬ ਸੌਰੀ। ਅੱਛਾ, ਗੁਜ਼ਾਰਿਸ਼ ਹੈ ਵੇ ਕਿ ਜੇ ਤੇ ਗੁਸਤਾਖੀਆਂ ਦੀ ਗੱਲ ਹੈ ਨਾ, ਗੁਸਤਾਖੀਆਂ ਤੇ ਉਹ ਇੱਕ ਅਰਸੇ ਦੀਆਂ ਹੋ ਰਹੀਆਂ ਨੇ ਤੇ ਇਹ ਗੁਸਤਾਖੀਆਂ ਤੇ ਅਸੀਂ ਰੱਦ ਕਰ ਰਹੇ ਹਾਂ ਔਰ ਇੱਕ ਅਰਸੇ ਤੋਂ ਕਰ ਰਹੇ ਹਾਂ। ਗੁਸਤਾਖੀ ਕੋਈ ਇਹ ਨਵੀਂ ਨਹੀਂ ਕਰ ਰਹੇ। ਮਤਲਬ ਇਹ ਹੋਵੇ ਕਿ ਇਹ ਫਲਾਂ ਵਕਤ ਤੋਂ ਇਹਨਾਂ ਨੇ ਸ਼ੁਰੂ ਕੀਤੀ ਤੇ ਫਲਾਂ ਨੇ ਕੀਤੀ, ਜਾਂ ਕਿਸੇ ਇੱਕ ਜਿਵੇਂ ਜੱਜੇ ਨੇ ਇਹ ਗੁਸਤਾਖੀ ਕੀਤੀ ਹੈ ਕਾਦੀਆਨੀ ਮੁਰੱਬੀ ਨੇ, ਇਹਨਾਂ ਦਾ ਹਰ ਕਾਦੀਆਨੀ ਮੁਰੱਬੀ ਆਇੰਦਾ ਹੀ ਹੁੰਦਾ। ਇਹਨਾਂ ਦਾ ਤੇ ਪੇਸ਼ਵਾ ਜਿਹੜਾ ਸੀ ਉਹ ਗੁਸਤਾਖੀਆਂ ਕਰਦਾ ਹੁੰਦਾ ਸੀ ਤੇ ਉਹ ਉੱਥੋਂ ਹੀ ਸਾਰੀਆਂ ਇਹਨਾਂ ਨੇ ਲਈਆਂ ਨੇ। ਤੇ ਗੁਸਤਾਖੀ ਇਹਨਾਂ ਕਾਦੀਆਨੀਆਂ ਦੀ ਸਮਝ ਲਓ ਖਮੀਰ ਦੇ ਵਿੱਚ ਸ਼ਾਮਿਲ ਹੈ, ਇਹ ਕੋਈ ਨਵੀਂ ਚੀਜ਼ ਨਹੀਂ ਹੈ। ਦੂਸਰੀ ਬਾਤ, ਬਾਜੀ ਚੰਦਾ ਜੋ ਕਰ ਰਹੀਆਂ ਸਨ ਕਿ ਕੋਈ ਪੰਫਲੇਟ ਬਣਾ ਕੇ ਤੇ ਤਕਸੀਮ ਕੀਤੇ ਜਾਣ ਤੇ ਅਵੇਅਰਨੈਸ ਦਿੱਤੀ ਜਾਏ। ਗੁਜ਼ਾਰਿਸ਼ ਹੈ ਵੇ ਕਿ ਇਹ ਕੰਮ ਅਸੀਂ ਬੜੇ ਕੀਤੇ ਨੇ ਤੇ ਹਜੇ ਤੱਕ ਜਾਰੀ ਨੇ। ਆਜਜ਼ ਨੇ ਕੋਈ ਸਮਝ ਲਓ ਕਿ 10 ਕੁ ਸਾਲ ਪੁਰਾਣਾ ਗੱਲ ਹੈ ਜਾਂ ਇਹਦੇ ਤੋਂ ਵੀ ਜ਼ਿਆਦਾ ਪੁਰਾਣੀ ਹੋਏਗੀ ਕਿ ਇੱਕ 4 ਵਰਕਿਆਂ ਵਾਲਾ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ 4 ਕਲਰ ਦਾ। ਉਹਦੇ ਵਿੱਚ ਅਸੀਂ ਦੱਸਿਆ ਸੀ ਕਾਦੀਆਨੀਓ ਕੀ ਪਹਿਚਾਨ, ਉਹਦਾ ਨਾਂ ਰੱਖਿਆ ਸੀ। ਉਹਦੇ ਵਿੱਚ ਅਸੀਂ ਇਹਨਾਂ ਦੇ तमाम ਅਲਾਮਤਾਂ ਨੂੰ ਵਹਾਇਆ ਸੀ। 4 ਕਲਰ ਕਰਨ ਦਾ ਮਕਸਦ ਇਹ ਸੀ ਕਿ ਹਰ ਚੀਜ਼ ਕਲਰ ਦੇ ਵਿੱਚ ਵਾਜ਼ੇ ਹੋਏ ਔਰ ਇਹਨਾਂ ਦੇ ਮੋਟੇ 2-3 ਅਕੀਦੇ ਅਸੀਂ ਦੱਸੇ ਸਨ ਤੇ ਉਹ ਕੋਈ ਮੈਂ 10,000 ਏਕੜ ਹੀ ਛਪਵਾਇਆ ਸੀ ਤੇ ਤਕਸੀਮ ਕਰਵਾਏ ਸਨ ਅਸੀਂ ਪੂਰੇ ਪਾਕਿਸਤਾਨ 'ਚ। ਤੇ ਥੋੜੇ ਇਸ਼ਤਿਹਾਰ ਨਾ ਮੈਂ तमाम ਸ਼ਹਿਰਾਂ ਦੇ ਵਿੱਚ ਭੇਜੇ ਸਨ। ਜਿੰਨਾ ਕੁ ਅਸੀਂ ਕਰ ਸਕਦੇ ਸਾਂ ਉਹ ਅਸੀਂ ਕੀਤਾ। ਤੇ ਰਹੀ ਬਾਤ ਹੈ ਵੇ ਕਿ ਇਹ ਚੀਜ਼ ਜ਼ਰੂਰੀ ਹੈ ਕਿ ਆਪਣੀ ਕੌਮ ਨੂੰ ਅਵੇਅਰਨੈਸ ਦਿਓ। ਸਾਰੀ ਦੁਨੀਆ ਮੋਬਾਈਲ ਯੂਜ਼ ਨਹੀਂ ਕਰ ਰਹੀ, ਸਾਰੀ ਦੁਨੀਆ ਟਿਕਟਾਕ ਵੀ ਯੂਜ਼ ਨਹੀਂ ਕਰ ਰਹੀ, ਸਾਰੀ ਦੁਨੀਆ ਵਟਸਐਪ ਤੇ ਹੈ, ਸੋਸ਼ਲ ਮੀਡੀਆ ਤੋਂ ਅਗਾਂਹ ਨਹੀਂ ਹੈ। ਮੈਂ ਆਪਣੇ ਘਰ ਦੀ ਅਗਰ ਗੱਲ ਕਰਾਂ, ਆਪਣੇ ਪੂਰੇ ਘਰ ਦੇ ਵਿੱਚੋਂ ਸਾਡੇ ਘਰ ਦੇ ਵਿੱਚ ਜਿਹੜੇ ਅਫਰਾਦ ਨੇ ਰਾਊਂਡ ਬੋਰਡ ਸਮਝ ਲਓ ਕਿ ਕੋਈ 50 ਕੁ ਅਫਰਾਦ ਦੀ ਫੈਮਿਲੀ ਹੈ ਸਾਡੀ ਭੈਣ ਭਰਾਵਾਂ ਦੀ। ਸਿਰਫ ਮੈਂ ਅਕੇਲਾ ਹੀ ਹਾਂ ਜਿਹੜਾ ਟਿਕਟਾਕ ਯੂਜ਼ ਕਰ ਰਿਹਾ। ਤੇ ਇੰਝ ਤੁਸੀਂ ਅਗਰ ਆਪਣੇ ਕਰੀਬ ਨਜ਼ਰ ਦੌੜਾਓਗੇ ਤੇ ਸਾਰੀ ਦੁਨੀਆ ਨਹੀਂ ਬਾਈ ਯੂਜ਼ ਕਰਦੀ। ਹੁਣ ਇਹ ਉਹ ਦੌਰ ਹੈ ਸੋਸ਼ਲ ਮੀਡੀਆ ਦਾ ਕਿ ਅਖਬਾਰ ਅਸੀਂ ਸਮਝਦੇ ਹਾਂ ਕਿ ਅਖਬਾਰ ਬੀਨੀ ਦਾ ਮਾਮਲਾ ਘਟ ਗਿਆ ਹੈ ਜਾਂ ਪੜ੍ਹਨ ਪੜ੍ਹਾਉਣ ਦਾ ਸਿਲਸਿਲਾ ਖਤਮ ਹੋ ਗਿਆ, ਤੇ ਐਸੀ ਗੱਲ ਨਹੀਂ ਹੈ। ਕਿਉਂਕਿ ਜਿਹੜਾ ਮੋਬਾਈਲ ਯੂਜ਼ ਕਰ ਰਿਹਾ ਉਹ ਇਹੋ ਹੀ ਸਮਝਦਾ ਕਿ ਬਸ ਮੈਂ ਉਹ ਕੁਵੇਂ ਦਾ ਡੱਡੂ ਹੁੰਦਾ ਨਾ, ਉਹ ਆਂਦਾ ਬਸ ਜਿਹੜੀ ਦੁਨੀਆ ਮੇਰੇ ਕੋਲ ਹੈ ਨਾ ਬਸ ਇਹੋ ਹੀ ਸਭ ਕੁਝ ਹੈ ਵੇ, ਹੋਰ ਸਾਈਡਾਂ ਤੇ ਕੁਝ ਵੀ ਨਹੀਂ ਹੈ। ਉਹ ਭਾਈ ਅੱਜ ਵੀ ਅਖਬਾਰ ਦਾ ਉਂਝ ਹੀ ਹੈ, ਕਿਤਾਬ ਦੀ ਅਥਾਰਟੀ ਉਂਝ ਹੀ ਹੈ। ਜਿਹੜੇ ਕਿਤਾਬ ਬੀਨ ਨੇ ਉਹ ਅੱਜ ਵੀ ਪੜ੍ਹ ਰਹੇ ਨੇ, ਪੜ੍ਹਨ ਪੜ੍ਹਾਉਣ ਵਾਲੇ ਲੋਕ ਅੱਜ ਵੀ ਉਂਝ ਹੀ ਹੈ। ਸਗੋਂ ਪਹਿਲੇ ਨਾਲੋਂ ਕੰਮ ਵਧੇ ਹੈ, ਘਟਿਆ ਨਹੀਂ ਹੈ। ਤੇ ਇਸ ਚੀਜ਼ ਦੀ ਹਸਾਸੀਅਤ ਨੂੰ ਅਸੀਂ ਬੜਾ ਪੁਰਾਣਾ ਜਾਣ ਲਿਆ ਹੋਇਆ ਸੀ। ਐਸੇ ਵਜ੍ਹਾ ਤੋਂ ਅਗਰ ਇਸ ਅਖਬਾਰ ਦੀ ਜਾਂ ਮਤਲਬ ਇਸ ਕਿਤਾਬ ਦੀ ਜਾਂ ਇਸ ਪ੍ਰਿੰਟ ਮੀਡੀਆ ਦੀ ਅਗਰ ਕੋਈ ਸਮਝ ਲਓ ਕਿ ਅਫਾਦੀਅਤ ਨਾ ਹੁੰਦੀ
ਔਰ ਇਹ ਬੇਵਕਤ ਹੁੰਦਾ ਤੇ ਤੁਹਾਡਾ ਦੁਸ਼ਮਣ ਕਾਦੀਆਨੀ ਫਿਰ ਇਸ ਚੀਜ਼ ਨੂੰ ਛੱਡ ਚੁੱਕਿਆ ਹੁੰਦਾ। ਉਹ ਆਪਣਾ ਪੈਸਾ ਦਾ 75% ਜਿਹੜਾ ਹੈ ਨਾ ਉਹ ਪ੍ਰਿੰਟ ਤੇ ਇਲੈਕਟ੍ਰਿਕ ਮੀਡੀਆ ਦੇ ਉੱਤੇ ਲਾ ਰਹੇ ਆ। ਉਹ ਤੜਾ ਤੜ ਰਸਾਲੇ, ਅਖਬਾਰਾਂ, ਰੋਜ਼ਨਾਮਾ, ਹਫ਼ਤ ਰੋਜ਼ਾ, ਮਾਹਨਾਮਾ, ਛੋਟੇ ਛੋਟੇ ਪੰਫਲੈਟ ਬਣਾ ਬਣਾ ਕੇ ਸੁੱਟੀ ਜਾ ਰਹੇ ਆ, ਬਸ ਸੁੱਟੀ ਜਾ ਰਹੇ ਆ, ਫ੍ਰੀ ਤਕਸੀਮ ਕਰੀ ਜਾ ਰਹੇ, ਲੈ ਲਓ ਲੈ ਲਓ, ਐ ਲਓ। ਯੂਰਪ ਦੇ ਮੁਖਤਲਿਫ ਮੁਲਕਾਂ ਦੇ ਵਿੱਚ ਇੱਕ ਕਾਦੀਆਨੀ ਹੁੰਦਾ ਹੈ, ਕੋਈ ਇੱਕ ਪੂਰੇ ਸ਼ਹਿਰ ਦੇ ਵਿੱਚ ਇੱਕ ਕਾਦੀਆਨੀ ਹੈ ਜੀ। ਉਹ ਹੁਣ ਰੌਲਾ ਹੀ ਇੰਨਾ ਕੁ ਪੈ ਜਾਂਦਾ ਕਿ ਪਤਾ ਚੱਲਦਾ ਕਿ ਸ਼ਾਇਦ ਇਹ ਪੂਰੇ ਸ਼ਹਿਰ ਦੇ ਵਿੱਚ ਕਾਦੀਆਨੀਅਤ ਹੀ ਕਾਦੀਆਨੀਅਤ। ਇੱਥੇ ਸਾਡੇ ਕੋਲ ਨਾ ਇੱਕ ਹੁੰਦਾ ਹੈ ਸ਼ਬੇ ਵਜਦਾਨ ਕਰਵਾਉਂਦੇ ਨੇ। ਅੱਜ ਵੀ ਉਹਨਾਂ ਦੇ ਇਸ਼ਤਿਹਾਰ ਲੱਗੇ ਸਨ ਕੁਝ, ਤੇ ਮੈਨੂੰ ਗੱਲ ਯਾਦ ਆ ਗਈ। ਅਸੀਂ ਛੋਟੇ ਛੋਟੇ ਹੁੰਦੇ ਸਾਂ, ਯਕੀਨ ਮੰਨੋ ਉਹਨਾਂ ਨੇ ਇਤਨੀ ਕੁ ਚਾਕਿੰਗ ਕਰਵਾਉਂਦੇ ਸਨ, ਇਤਨੀ ਕੁ ਚਾਕਿੰਗ ਕਰਵਾਉਂਦੇ ਸਨ, ਇੰਝ ਲੱਗਦਾ ਸੀ ਪੂਰੀ ਦੁਨੀਆ ਹੀ ਉਹ ਸ਼ਾਇਦ, ਜਾਂ ਪੂਰਾ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਮੁਰੀਦ ਨੇ, ਜਾਂ ਮਤਲਬ ਉਹ ਉਹਨਾਂ ਦਾ ਹਿਸਾਬ ਕਿਤਾਬ ਹੈ। ਲੇਕਿਨ ਉਹ ਸ਼ਬੇ ਵਿਜਦਾਨ ਕੀ ਹੈ? ਸਾਡੇ ਕੋਲ ਇੱਥੇ ਗੁਜਰਾਂਵਾਲੇ 'ਚ ਇੱਕ ਛੋਟਾ ਜਿਹਾ ਇਲਾਕਾ ਹੈ, ਹਾਂਜੀ, ਤੇ ਇਹ ਲੋਹੀਆਂ ਵਾਲੇ ਦੇ ਨਾਲ ਹੀ ਛੋਟਾ ਜਿਹਾ ਪਿੰਡ ਹੈ। ਉਸ ਪਿੰਡ ਦੇ ਵਿੱਚ ਇੱਕ ਛੋਟੀ ਜਿਹਾ ਇੱਕ ਘਰ ਹੈ, ਜਾਂ ਆਸਤਾਨਾ ਸਮਝ ਲਓ ਜਿਹੜਾ ਬਣਾਇਆ ਹੈ। ਮਾਈਕ ਮਿਊਟ ਕਰਿਆ ਜਨਾ ਜੀ। ਤੇ ਉਹਨਾਂ ਨੇ ਕੀ ਕਰਨਾ ਕਿ ਉਹਨਾਂ ਦੇ ਬਸ ਮੁਰੀਦ ਕੁਝ ਸਨ ਜਿਹੜੇ ਵਾਹਵਾ ਮਿੱਲਾਂ ਵਾਲੇ, ਤੇ ਉਹ ਉਹਨਾਂ ਨੇ ਪੀਰ ਸਾਹਿਬ ਨੇ ਕੀ ਕਹਿਣਾ ਕਿ ਭਾਈ ਚਾਕਿੰਗ ਕਰਨੀ ਹੈ ਭਾਈ। ਉਹ ਚਾਕਿੰਗ ਤੇ 1 ਕਰੋੜ ਰੁਪਇਆ ਲਾ ਦੇਣਾ ਜੀ। 1 ਕਰੋੜ ਰੁਪਇਆ ਸਿਰਫ ਚਾਕਿੰਗ, ਕੁਝ ਨਹੀਂ, ਬਸ ਚਾਕਿੰਗ ਕਰ ਦਿਓ ਭਾਈ। ਉਹ ਇੰਝ ਹੀ ਸਮਝਦਾ ਕਿ ਭਾਈ ਪਤਾ ਨਹੀਂ ਇੱਥੇ ਕੀ ਹੋ ਗਿਆ। ਇੱਕ ਪਾਲਿਸੀ ਏ, ਇੱਕ ਤੁਹਾਨੂੰ ਮੈਂ ਇੱਕ ਚੀਜ਼ ਦੱਸੀ ਏ ਕਿ ਫਿਲ ਹਕੀਕਤ ਉਹ ਚੀਜ਼ ਹੈ ਜਾਂ ਨਹੀਂ ਹੈ। ਉਹ ਜਿਹੜੀ ਚੀਜ਼ ਨਜ਼ਰ ਆ ਰਹੀ ਹੁੰਦੀ ਹੈ ਨਾ, ਤੇ ਇੰਝ ਲੱਗਦਾ ਜਿਵੇਂ ਸਭ ਕੁਝ ਹੀ ਹੋਈ ਹੈ। ਕਰਾਚੀ ਅਸੀਂ ਗਏ ਤੇ ਨਵੇਂ ਪੜ੍ਹਨ, ਇਹ 1995-96 ਦੀ ਗੱਲ ਮੈਂ ਦੱਸ ਰਿਹਾ, ਤੇ ਹਰ ਦੀਵਾਰ ਤੇ MQM ਓਏ ਹੋਏ। ਉਹ ਸਿਰਫ ਇੱਕ ਚੀਜ਼ ਨਜ਼ਰ ਵੇਖ ਕੇ ਹੀ ਨਾ, ਉਹ ਪਹਿਲੇ ਤਾਂ ਸੁਣਿਆ ਸੀ ਕਿ ਉੱਥੇ ਬੜੀ ਕਤਲੋਗਾਰਤ ਹੁੰਦੀ ਹੈ ਤੇ ਇਹ ਹੈ ਤੇ ਉਹ ਹੈ। ਯਕੀਨ ਮੰਨਿਓ ਮੈਂ ਬੱਚਾ ਸਾਂ ਉਦੋਂ, ਛੋਟਾ ਜਿਹਾ, ਤੇ ਉਹ ਚੀਜ਼ ਵੇਖ ਕੇ ਮੈਂ ਦਹਿਸ਼ਤ ਜ਼ਦਾ ਹੋ ਗਿਆ। ਮੈਂ ਕਿਹਾ ਸ਼ਾਇਦ ਇਹ ਪੂਰਾ, ਅੱਛਾ ਮੈਨੂੰ ਜਿਹੜਾ ਵੀ ਨਜ਼ਰ ਆਏ ਨਾ ਮੈਂ ਕਹਿੰਦਾ ਇਹ ਉਹੀ ਹੈ, ਕਿਉਂਕਿ ਉਹ ਝੰਡੇ ਤੇ ਜੋ ਵੀ ਉਹ ਪਬਲਿਸਿਟੀ ਵੇਖ ਕੇ ਇੰਝ ਲੱਗਦਾ ਸੀ ਜਿਵੇਂ ਬੰਦੇ ਭਾਵੇਂ 4 ਹੋਣ, ਸਿਆਸੀ ਕਰਿੰਦੇ ਵੀ ਇਹੋ ਹੀ ਕਰਦੇ ਨੇ। ਬੰਦੇ ਉਹਨਾਂ ਦੇ ਭਾਵੇਂ 1-2 ਹੀ ਹੋਵੇ ਉਹਨਾਂ ਦੀ ਟੀਮ ਦਾ ਕਿਸੇ ਇਲਾਕੇ 'ਚ, ਉਹ ਚਾਕਿੰਗ ਤੇ ਉਹ ਇਸ਼ਤਿਹਾਰ ਤੇ ਉਹ ਜਲਸੇ ਉਹ ਇੰਨਾ ਕੁ ਕਰ ਦਿੰਦੇ ਨੇ ਕਿ ਇੰਝ ਲੱਗਦਾ ਜਿਵੇਂ ਸਾਰਾ ਪਿੰਡ ਤੇ ਪੂਰਾ ਇਲਾਕਾ ਤੇ ਉਹ ਹੈ ਹੀ ਉਹਨਾਂ ਦਾ। ਹਾਲਾਂਕਿ ਬੰਦੇ ਇੱਕ ਨੇ ਕੀਤਾ ਹੁੰਦਾ ਸਭ ਕੁਝ। ਤੇ ਗੱਲ ਥੋੜੀ ਜਿਹੀ ਤਵੀਲ ਹੋ ਗਈ ਹੈ, ਮੈਨੂੰ ਆਪਣੀ ਗੱਲ ਸਮਝਾਉਣ ਵਾਸਤੇ ਇਹ ਸਾਰੀ ਤਮਹੀਦ ਬੰਨਣੀ ਪਈ ਹੈ ਕਿ ਅਸੀਂ ਜਿਹੜੇ ਆ ਨਾ, ਅਸੀਂ ਉਹ ਕੰਮ ਛੱਡ ਚੁੱਕੇ ਹਾਂ। ਦੁਸ਼ਮਣ ਨੇ ਉਹ ਕੰਮ ਅਪਣਾ ਲਏ ਨੇ। ਮੈਂ ਇਹਨਾਂ ਸਿਰ ਦਰਦਾਂ ਨੂੰ ਲੈ ਕੇ ਨਾ, ਮੈਂ 4 ਚਫੱਲੇ ਵੇਖਿਆ ਤੇ ਕੋਈ ਵੀ ਨਹੀਂ ਸੀ ਹੈ, ਤੇ ਮੈਂ ਫਿਰ ਮਾਹਨਾਮਾ ਖਤਮੇ ਨਬੂਵਤ ਦਾ ਅਲ ਖਾਤਮ ਨਾਮ ਦਾ ਮੁਜੱਲਾ ਸ਼ੁਰੂ ਕੀਤਾ। ਮੈਂ ਕਿਹਾ ਕੋਈ ਨਹੀਂ ਕਰਦਾ ਪਿਆ ਤਾਂ ਫਿਰ ਅਸੀਂ ਕਰਾਂਗੇ। ਉਹ 2-4 ਆਪਣੇ ਦੋਸਤਾਂ ਨੂੰ ਰਲਾਇਆ, ਉਹਨਾਂ ਨੂੰ ਕਹਿਣਾ ਕਰਨਾ ਮੈਂ ਕਿ ਤੁਸੀਂ ਨਾ ਤਹਰੀਰਾਂ ਮੈਨੂੰ ਲਿਖ ਕੇ ਦਿਆ ਕਰੋ। ਉਹਨਾਂ ਨੇ ਆਪਣੀ ਤਹਿਕੀਕਾਤ ਤੇ ਆਪਣੀ ਰਿਸਰਚ ਮੈਨੂੰ ਹਰ ਮਹੀਨੇ ਲਿਖ ਕੇ ਦੇਣੀ ਕਰਨੀ, 2-4-5 ਸਫ਼ੇ। ਉਹਨਾਂ ਨੂੰ ਮੈਂ ਖੁਦ ਹੀ ਟਾਈਪ ਕਰਨਾ,
खुद ही डिजाइन करना, उस टाइटल दी खुद ही ग्राफिक्स करनी ते ਉਹ ਇੱਕ ਫਾਈਲ ਬਣਾ ਕੇ ਪ੍ਰਿੰਟਿੰਗ ਪ੍ਰੈਸ 'ਚ ਭੇਜ ਦੇਣੀ ਤੇ ਪੈਸੇ ਵੀ ਖੁਦ ਜੇਬੀ 'ਚੋਂ ਲਾ ਕੇ, ਕਿਉਂਕਿ ਮੈਂ ਖੁਦ ਅਲਹਮਦੁਲਿਲਾ ਖੁਦ ਕਫੀਲ ਰਿਹਾ ਵਾਂ ਇੱਕ ਅਰਸੇ ਦਾ ਅਲਹਮਦੁਲਿਲਾ। ਤੇ ਇਹ ਛੋਟੇ ਮੋਟੇ 2-4 ਲੱਖ 5 ਲੱਖ ਨੂੰ ਮੈਂ ਖੁਦ ਕਰ ਸਕਣਾ ਵਾਂ, ਐਸੀ ਕੋਈ ਗੱਲ ਨਹੀਂ। ਤੇ ਮੈਂ ਖੁਦ ਲਾਂਦਾ ਰਿਹਾ ਤੇ ਉਹ ਜਨਾਬ ਖੁਦ ਭੇਜਣਾ। ਅੱਛਾ, ਉਹ ਛਪ ਕੇ ਆ ਜਾਣਾ ਤੇ ਖੁਦ ਹੀ ਉਹਦੀ ਰਜਿਸਟਰੀ ਲੋਕਾਂ ਨੂੰ ਪਤੇ ਮੈਂ ਕਹਿਣਾ ਕਿ ਭੇਜ ਦਿਓ ਬਾਈ ਤੇ ਮੈਂ ਤੁਹਾਨੂੰ ਭੇਜਣਾ ਵਾ ਰਸਾਲਾ। ਉਹ ਖੁਦ ਹੀ ਪੈਕ ਕਰਨਾ, ਖੁਦ ਹੀ ਜਨਾਬ ਉਹਦੇ ਉੱਤੇ ਉਹ ਪਤੇ ਲਿਖਣੇ, ਖੁਦ ਹੀ ਜਨਾਬ ਬੁੱਕ ਪੋਸਟ ਉਹ ਜਿਹੜਾ ਹੁੰਦਾ ਹੈ ਲੈਟਰ ਉਹ ਜਿੱਥੇ ਖਤ ਭੇਜੀ ਦੇ ਨੇ ਤੇ ਪੋਸਟ ਆਫਿਸ ਖੁਦ ਜਾ ਕੇ ਦੇ ਕੇ ਆਣੇ। ਕਹਿਣ ਦਾ ਮਕਸਦ ਹੈ ਵੇ ਇਹ ਗੱਲਾਂ ਨੇ ਛੋਟੀਆਂ। ਫਿਰ ਮੈਂ ਕੀ ਕੀਤਾ, ਫਿਰ ਦੀਵਾਰਾਂ ਤੇ ਲਾਉਣ ਵਾਸਤੇ ਜਿਹੜਾ ਉਹ ਵੱਡੇ ਵੱਡੇ ਨਹੀਂ ਹੁੰਦੇ ਇਸ਼ਤਿਹਾਰ, ਉਹ ਇੱਕ ਵਾਰੀ ਮੈਂ ਛਪਵਾਏ ਸਨ। ਮੈਂ ਕਿਹਾ ਤੁਸੀਂ ਨਾ ਹਰ ਮਸਜਿਦ ਦੇ ਵਿੱਚ ਯਾਰ ਇੱਕ ਸਾਡਾ ਇਸ਼ਤਿਹਾਰ ਲਾਣਾ, ਉਹਦੇ ਵਿੱਚ ਕਾਦੀਆਨੀਆਂ ਦੇ ਮਰਕਜ਼ੀ ਅਕਾਇਦ ਲਿਖੇ ਸਨ। ਉਹ ਵੀ ਫਿਰ ਕੁਝ ਨੇ ਮੰਗਵਾਏ, ਕੁਝ ਨੇ ਨਹੀਂ ਮੰਗਵਾਏ ਤੇ ਛਪਵਾਏ ਵੀ ਉਸ ਹਿਸਾਬ ਨਾਲ ਜਿੰਨੀ ਕੁ ਸਾਡੀ ਹਿੰਮਤ ਤੌਫੀਕ ਸੀ। ਬਸ ਗੱਲਾਂ ਇਹ ਨੇ ਕਿ ਅਸੀਂ ਪਤਾ ਕੀ ਆ ਬਾਬਾ ਜੀ, ਅਸੀਂ ਆ ਗੱਲਾਂ ਕਰਨ ਵਾਲੇ ਜਾਂ ਜਜ਼ਬਾਤੀ ਇੰਜਦੇ ਆ ਕਿ ਉਹ ਜਜ਼ਬਾਤ ਸਾਡੇ 1-2 ਫਰਦ ਤੱਕ ਰਹਿੰਦੇ ਨੇ। ਉਹੀ ਜਜ਼ਬਾ ਜਿਵੇਂ ਫਾਰ ਐਗਜ਼ਾਮਪਲ ਤੁਹਾਡਾ ਜਜ਼ਬਾ ਤੇ ਜਨੂਨ ਹੈ, ਉਹ ਸਾਰਿਆਂ ਦੇ ਤੇ ਨਹੀਂ ਹੋ ਸਕਦੇ। ਜਾਂ ਜੋ ਜਜ਼ਬਾ ਜਨੂਨ ਮੁਫਤੀ ਬਸ਼ਰ ਦਾ ਹੈ, ਉਹ ਸਭ ਦਾ ਤੇ ਨਹੀਂ ਹੋ ਸਕਦਾ। ਉਹ ਐ ਵੇ ਕਿ ਸਾਡੇ ਜਜ਼ਬਾਤ ਨੂੰ ਫਿਰ ਕੋਈ ਸਮਝ ਨਹੀਂ ਪਾਉਂਦਾ ਔਰ ਉਹਦੇ ਤੇ ਫਿਰ ਅਮਲ ਹੋਣਾ ਨਾ ਮੁਸ਼ਕਲ ਹੋ ਜਾਂਦਾ। ਜਿਵੇਂ ਤੁਸੀਂ ਅਜੇ ਹੁਣ ਇੱਕ ਆਪਣੇ ਜਜ਼ਬੇ ਦੀ ਗੱਲ ਕੀਤੀ ਹੈ ਕਿ ਇਹ ਜਿਹੜਾ ਮੁਸਲਮਾਨ ਵੀ ਇਹਨਾਂ ਦੀਆਂ ਬਰਾਡਾਂ ਤੇ ਜਾਏਗਾ ਤੇ ਮੈਂ ਉਹਨੂੰ ਇਹ ਕਰਾਂਗਾ, ਇਹ ਹੈ ਉਹ ਹੈ, ਤੇ ਇਹਨਾਂ ਨੂੰ ਰੋਕੋ ਜੀ ਕਿਉਂ ਜਾਂਦੇ ਨੇ। ਨਹੀਂ ਬਈ ਹੋ ਸਕਦਾ, ਇਹ ਮੁਮਕਿਨ ਨਹੀਂ, ਕਿਉਂਕਿ ਕੋਈ ਕਿਸੇ ਦਾ ਮੁਕੱਯਦ ਨਹੀਂ। ਹਰ ਇੱਕ ਦੇ ਆਪਣੇ ਜਜ਼ਬਾਤ ਨੇ, ਉਹਨੇ ਆਪਣੇ ਹੀ ਖੁਦ ਹੀ ਅਪਲਾਈ ਕਰਨਾ ਹੈ। ਇਹ ਮਾਮਲਾਤ ਨੇ ਤੇ ਕੰਮ ਕਰਨ ਦੇ ਤੇ ਬੜੀਆਂ ਵੰਡਾਂ ਨੇ। ਅਸਲ ਦੇ ਵਿੱਚ ਸਾਡੇ ਵਿੱਚ ਨਾ ਜਮਈਅਤ ਨਹੀਂ ਹੈ, ਸਾਡੇ ਵਿੱਚ ਜਿਹੜਾ ਵੇ ਇਤਫਾਕ ਨਹੀਂ ਹੈ। ਹੁਣ ਹਰ ਇੱਕ ਪਤਾ ਕੀ ਹੈ, ਹੁਣ ਹਰ ਇੱਕ ਨੂੰ ਤੇ ਲੀਡਰ ਬਣਨ ਦਾ ਸ਼ੌਕ ਹੈ। ਕਹਿੰਦਾ ਮੈਂ ਲੀਡਰ ਬਣ ਜਾਵਾਂ, ਲੀਡਰਸ਼ਿਪ ਨਾ ਮੇਰੇ ਕੋਲ ਹੋਣੀ ਚਾਹੀਦੀ ਹੈ। ਜਿਵੇਂ ਕਾਦੀਆਨੀਆਂ ਦੇ ਵਿੱਚ ਹਰ ਕਾਦੀਆਨੀ ਮੁਰੱਬੀ ਨਾ ਅੱਜ ਕੱਲ ਟਿਕਟਾਕ ਤੇ ਉਹ ਲੀਡਰ ਬਣਨ ਦੇ ਚੱਕਰ 'ਚ ਇਹ ਮਾਈਂਡ ਰੋਸਟਰ ਕਹਿੰਦਾ ਕਿ ਵੱਡਾ ਮਹਾਨ ਮੁਰੱਬੀ ਤੇ ਮੈਂ ਹੀ ਆ। ਅਸਲ 'ਚ ਉਹ ਨਾ ਹਰ ਇੱਕ ਦੀ ਬੇਇੱਜ਼ਤੀ ਕਰ ਦਿੰਦਾ। ਇੰਜੀ ਉਹ ਉੱਠਦਾ ਜ਼ਕਰੀਆ, ਉਹ ਦੂਜਿਆਂ ਦੀ ਸਭ ਦੀ ਬੇਇੱਜ਼ਤੀ ਕਰੀ ਜਾਂਦਾ ਮੁਰੱਬੀਆਂ ਦੀ। ਉਹ ਆਂਦਾ ਮੈਂ ਤੇ ਅਸਲ ਸੀਟ ਤੇ ਮੇਰੇ ਕੋਲੇ ਹੈ। ਇੰਜੀ ਇਹਨਾਂ ਦੇ ਉਹ ਨਾ ਅੱਜ ਕੱਲ ਚੱਲਿਆ ਹੋਇਆ ਹੈ। ਤੇ ਉਹੀ ਚੀਜ਼ ਕੁਝ ਸਾਡੇ ਮੁਸਲਮਾਨਾਂ ਦੇ ਵਿੱਚ ਵੀ ਹੈ ਕਿ ਜਿਵੇਂ ਅਜੇ ਹੁਣ ਤੁਸੀਂ ਫਰਮਾ ਰਹੇ ਸੋ, ਜਿਹਨੇ 2-4 ਲਫ਼ਜ਼ ਆਉਂਦੇ ਨੇ ਤੇ ਉਹ ਜਿਹੜਾ ਵੇ ਉਹ ਡਿਬੇਟਰ ਬਣ ਜਾਂਦਾ। ਉਹ ਆਂਦਾ ਮੈਂ ਹੀ ਅਸਲ 'ਚ ਡਿਬੇਟਰ ਹਾਂ। ਇਹ ਮਾਮਲਾਤ ਨੇ ਜਨਾਬ, ਇਹ ਇੱਕ ਅਰਸੇ ਤੇ ਅਸੀਂ ਵੇਖ ਰਹੇ ਹਾਂ। ਇਹ ਕੋਈ ਮਹੀਨਾ 2 ਮਹੀਨੇ ਜਾਂ ਟਿਕਟਾਕ ਦੇ ਉੱਤੇ ਨਹੀਂ ਹੈ, ਬੜੀ ਦੇਰ ਦਾ। ਇਹ ਤੇ ਇੱਕ ਅਰਸਾ ਸਾਡੀ ਤੇ ਉਮਰ ਗੱਲ ਗਈ ਇਹਨਾਂ ਚੱਕਰਾਂ ਨੂੰ ਤੇ ਇਹਨਾਂ ਮਾਮਲਾਤ ਨੂੰ ਵਹਿੰਦੇ ਹੋਇਆ। ਤੇ ਇਹ ਵੇ ਕਿ हिकमत अमली ਨੂੰ ਕਿਹਾ ਗਿਆ ਕਿ हिकमत अमली मोमन का गुमशुदा खजाना है। ਤੇ हिकमत अमली ਜਿਹੜੀ ਹੈ ਨਾ ਉਹ ਇਖਤਿਆਰ ਕੀਤੀ ਜਾਏ। ਤੇ ਮੈਂ ਆਜਜ਼ ਨੇ ਇੱਕ ਮਸ਼ਵਰਾ ਦਿੱਤਾ ਹੈ, ਇੱਕ ਅਰਸੇ ਦਾ ਦਿੱਤਾ ਹੈ, तो फिर रिपीट कर देने हैं, कोई गल नहीं। फिर की होया, क्योंकि अपना तो काम ही यही है कि अगरचे बुत है जमात की आस्तीनों में, मुझे है हुक्म अज़ान ला इलाहा इल्लल्लाह। कोई मन्ने ना मन्ने मुबशर शाह ने अपनी बजाई जानी है, कोई सुने ना सुने कोई मसला नहीं। फिर की होया, सानू तो सवाब लभ जाने ना।
ਦੇਖੋ ਅਸੀਂ ਮਾਈਕ ਜ਼ਰਾ ਸ਼ਾਇਦ ਬਈ ਤੁਹਾਡੀ ਤਰਫੋਂ ਨਾ ਕੋਈ ਸ਼ੋਰ ਜਿਹਾ ਆ ਰਿਹਾ ਹੈ ਤੇ ਉਹ ਗੱਲ ਦਾ ਮਜ਼ਾ ਕਰਕਰਾ ਹੋ ਜਾਂਦਾ ਹੈ। ਸੌਰੀ। ਤੇ ਉਹ ਐ ਵੇ ਕਿ ਹਜੇ ਤੱਕ ਨਾ ਤੁਸੀਂ ਕੀਤੇ ਨੇ ਇਹ ਮੌਲਵੀ ਤਿਆਰ। ਮਦਰਸੇ ਸਾਡੇ ਕੋਲ ਬੜੇ ਨੇ, ਬੇਬਾ ਮਦਰਸਾ ਹੈ, ਤੇ ਅਸੀਂ ਲੱਖਾਂ ਤੇ ਕਰੋੜਾਂ ਰੁਪਈਆ ਫੰਡ ਦੇ ਰਹੇ ਹਾਂ ਇਹਨਾਂ ਨੂੰ। ਸਾਰੀ ਦੁਨੀਆ ਹੀ ਦਿੰਦੀ ਹੈ, ਬੰਦੇ ਮੌਲਵੀ ਦੀ ਤੇ ਆਪਣੀ ਕੋਈ ਮਸ਼ੀਨਾਂ ਤੇ ਨਹੀਂ ਲੱਗੀਆਂ, ਉਹ ਕੌਮ ਹੀ ਦਿੰਦੀ ਹੈ ਨਾ। ਤੁਸੀਂ ਤੇ ਮੈਂ ਹੀ ਕਰਦੇ ਹੋ ਨਾ, ਕੌਣ ਕਰਦਾ ਹੈ? ਦੁਨੀਆ ਦਾ ਹਰ ਇਦਾਰਾ ਚੰਦੇ ਨਾਲ ਹੀ ਤੇ ਚੱਲ ਰਿਹਾ, ਹੋਰ ਕਿੰਝ ਚੱਲ ਰਿਹਾ? ਤੇ ਗੱਲ ਹੈ ਵੇ ਕਿ ਤੁਸੀਂ ਅਜੇ ਤੱਕ ਮੌਲਵੀ ਤਿਆਰ ਕੀਤੇ ਨੇ। ਤੁਸੀਂ ਕਰੋ ਤਿਆਰ ਡਿਬੇਟਰ, ਮੁਤਕੱਲਿਮੀਨ ਤਿਆਰ ਕਰੋ। ਹਾਂ, ਕੋਈ ਇੱਕ ਅਦਾਰਾ ਐਸਾ ਬਣਾਓ ਕਿ ਜਿੱਥੇ ਬਾਈ ਮੁਨਾਜ਼ਰੀਨ ਤਿਆਰ ਹੋਣ, ਕੁੜੀਆਂ ਵੀ ਤੇ ਮੁੰਡੇ ਵੀ। ਡਿਬੇਟਰ ਤਿਆਰ ਕਰੋ। ਤਕਾਬਲੇ ਅਧਿਆਨ ਦਾ ਅਦਾਰਾ ਕਾਇਮ ਕਰੋ, ਔਰ ਆਪਣਾ ਆਪਣਾ ਇੱਕ ਇੱਕ ਬੱਚਾ ਵਕਫ ਕਰੋ, ਔਲਾਦਾਂ ਜ਼ਿਆਦਾ ਪੈਦਾ ਕਰੋ, ਇੱਕ ਇੱਕ ਬੱਚਾ ਦਵੋ। ਇਹ ਉਹ ਪਲਾਨ ਤੁਹਾਨੂੰ ਦੱਸ ਰਿਹਾ ਵਾਂ ਜਿਹੜਾ ਸਦੀਆਂ ਤੱਕ ਮੁਹੀਤ ਹੋਏਗਾ। ਤੁਹਾਨੂੰ ਪਤਾ ਹੈ ਯਹੂਦੀ 1911 ਦੇ ਵਿੱਚ ਇਹਨਾਂ ਨੇ ਚੰਦ ਮਰਲੇ ਜਗ੍ਹਾ ਖਰੀਦੀ ਸੀ। ਇਸਰਾਈਲ ਜਿੱਥੇ ਇਸ ਟਾਈਮ ਇੱਕ ਬਹੁਤ ਵੱਡੀ ਆਬਾਦੀ ਇਹਨਾਂ ਨੇ ਬਣਾਈ ਹੈ, ਪੂਰੀ ਦੁਨੀਆ 'ਚ ਇਹਨਾਂ ਨੂੰ ਲਿੱਤਰ ਪਏ, ਹਰ ਮੁਲਕ ਵਾਲੇ ਨੇ ਲਿੱਤਰ ਮਾਰ ਕੇ ਇਹਨਾਂ ਨੂੰ ਕੱਢ ਦਿੱਤਾ। 1911 'ਚ ਪਹਿਲੀ ਵਾਰੀ 60 ਅਫਰਾਦ 60 ਜਿਹੜੇ ਯਹੂਦੀ ਸਨ ਨਾ ਉਹ ਇਕੱਠੇ ਹੋਏ। ਯਹੂਦੀਆਂ ਕੋਲ ਪੈਸਾ ਬੜਾ ਸੀ, ਇਹ ਬਿਖਰੇ ਹੋਏ ਸਨ ਮੁਖਤਲਿਫ ਮੁਲਕਾਂ 'ਚ, ਤੇ ਜਿਹੜੇ ਰਈਸਜ਼ਾਦੇ ਸਨ ਨਾ 60, ਉਹ ਇਕੱਠੇ ਹੋ ਕੇ ਉਹਨਾਂ ਨੇ ਆ ਕੇ ਚੰਦ ਮਰਲੇ ਜਾਂ ਚੰਦ ਕਨਾਲਾਂ ਕਹਿ ਲਓ ਉਹ ਜਗ੍ਹਾ ਖਰੀਦੀ ਸੀ। ਬਸ ਫਿਰ ਕੀ ਹੋਇਆ ਕਿ ਉਹ ਫਿਰ ਜਗ੍ਹਾ ਖਰੀਦੇ ਗਏ ਨੇ ਨਾਲ ਨਾਲ। ਪੈਸਾ ਤੇ ਪਹਿਲਾਂ ਹੀ ਬੜਾ ਸੀ ਇਹਨਾਂ ਕੋਲ। ਤੇ ਅੱਜ ਵੇਖ ਲਓ ਜੋ ਵੀ ਹੈ ਵੇ ਕਿ ਪੂਰੀ ਦੁਨੀਆ ਦੀ ਮਈਸ਼ਤ ਦੇ ਉੱਤੇ ਇਹ ਅਮਰੀਕਾ ਜਿਹੜਾ ਹੈ, USA, ਉਹ ਕੰਟਰੋਲ ਕਰ ਰਹੇ ਹੈ, ਔਰ ਪੂਰੇ ਅਮਰੀਕਾ ਦੀ ਮਈਸ਼ਤ ਨੂੰ ਇਸਰਾਈਲ ਕੰਟਰੋਲ ਕਰ ਰਿਹਾ। ਪਤਾ ਕੀ ਚੱਲਿਆ ਕਿ ਡਾਇਰੈਕਟ ਹਕੂਮਤ ਅਮਰੀਕਾ ਕਰ ਰਿਹਾ ਹੈ, ਔਰ ਇਨਡਾਇਰੈਕਟ ਯਹੂਦੀ ਸਾਡੇ ਪੂਰੀ ਦੁਨੀਆ ਦੇ ਉੱਤੇ ਹਾਵੀ ਹੈ। ਤੇ ਇਹਨਾਂ ਨੇ ਉਹ ਪਲਾਨ ਜਿਹੜਾ ਤਰਤੀਬ ਦਿੱਤਾ ਸੀ ਨਾ, ਉਹ ਸਦੀਆਂ ਦਾ ਦਿੱਤਾ ਸੀ। ਕਿਤਾਬ ਦਾ ਨਾਮ ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਉਠਾ ਕੇ ਵੇਖ ਲਓ। ਹਾਂਜੀ, ਯਹੂਦੀ ਪ੍ਰੋਟੋਕੋਲਸ। ਉਹਨਾਂ ਨੇ ਕੁਝ ਪ੍ਰੋਟੋਕੋਲਸ 30-40 ਸਮਝ ਲਓ ਕਾਇਦੇ ਕੁਲੀਏ ਬਣਾਏ ਸਨ। ਉਹਨਾਂ ਨੇ ਕਿਹਾ ਕਿ ਅਸੀਂ ਇਹ ਨਾ ਪੂਰੀ ਦੁਨੀਆ ਦੇ ਹਕੂਮਤ ਕਰਨੀ ਤੇ ਕਿੰਝ ਕਰਾਂਗੇ, ਇਹ ਕਾਇਦੇ ਕੁਲੀਆਂ ਦੇ ਮੁਤਾਬਕ ਅਸੀਂ ਕਰਾਂਗੇ। ਉਹ ਕਾਇਦੇ ਕੁਲੀਏ ਅੱਜ ਵੀ ਕਿਤਾਬਾਂ ਮਿਲਦੀਆਂ ਨੇ, ਉਰਦੂ 'ਚ ਵੀ, ਇੰਗਲਿਸ਼ 'ਚ ਵੀ, ਦੀਗਰ ਜ਼ਬਾਨਾਂ ਦੇ ਵਿੱਚ, ਅਰਬੀ 'ਚ ਵੀ ਮਿਲਣਗੀਆਂ ਤੁਹਾਨੂੰ। ਮੇਰੇ ਕੋਲ ਮੇਰੀ ਲਾਇਬ੍ਰੇਰੀ 'ਚ ਵੀ ਪਈ ਹੈ ਇਸ ਟਾਈਮ ਮੇਰੇ ਸਾਹਮਣੇ ਨੇ। ਉਹਨਾਂ ਨੇ ਕਾਇਦੇ ਕੁਲੀਏ ਬਣਾਏ ਸਨ। ਯਕੀਨ ਮੰਨੋ ਇਹ ਜੋ ਕੁਝ ਵੀ ਕਰ ਰਹੇ ਨੇ ਉਹਨਾਂ ਕਾਇਦਾ ਕੁਲੀਆਂ ਦੇ ਮੁਤਾਬਕ ਕਰ ਰਹੇ। ਸਾਨੂੰ ਵੀ ਸਾਡੇ ਇਹ ਪੇਸ਼ਵਾ ਲੋਕਾਂ ਨੇ ਤੇ ਉਲਮਾ ਨੇ ਸਾਨੂੰ ਕਾਇਦੇ ਦਿੱਤੇ ਨੇ, ਲੇਕਿਨ ਅਸੀਂ ਅਮਲ ਕੋਈ ਨਹੀਂ ਕੀਤਾ। ਤੇ ਅੱਜ ਇਹ ਵੇਖ ਲਓ ਉਹੀ ਹੋ ਰਿਹਾ। ਇਮਾਮ ਅਹਿਮਦ ਰਜ਼ਾ ਖਾਨ ਫਾਜ਼ਲੇ ਬਰੇਲਵੀ ਨੇ ਫਤਾਵਾ ਰਜ਼ਵੀਆ ਦੇ ਵਿੱਚ 10 ਨਕਾਤੀ ਏਜੰਡਾ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਇਹ ਨਕਾਤ ਦੇ ਉੱਤੇ ਅਗਰ ਅਮਲ ਕਰੋਗੇ ਤੇ ਇਸਲਾਮ ਦੀ ਬਕਾ ਹੈ, ਇਹਦੇ 'ਚ ਬਸੂਰਤ ਦੀਗਰ ਇਸਲਾਮ ਨੂੰ ਨੁਕਸਾਨ ਪਹੁੰਚੇਗਾ। ਉਹ 10 ਨਕਾਤੀ ਏਜੰਡੇ ਦਾ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਬਕਾਇਆ ਤੁਸੀਂ ਆਪੇ ਹੀ ਰਿਸਰਚ ਕਰ ਲਿਆ ਜੇ ਤੇ ਪੜ੍ਹ ਲਿਆ ਜੇ। ਉਹ ਇੱਕ ਚੀਜ਼ ਐਸੀ ਕਿ ਆਪਣੇ ਹੁਸ਼ਿਆਰ ਅਫਰਾਦ ਦੇ ਜ਼ਿਹਨਾਂ ਦਾ ਮੁਤਾਲਾ ਕਰੋ, ਉਹ ਕੀ ਚਾਹੁੰਦੇ ਨੇ ਪਏ। ਅਗਰ ਉਹਦੇ ਵਿੱਚ ਤਕਰੀਰ ਦਾ ਫਨ ਨੇ ਉਹਦੇ 'ਚ ਪਾਇਆ ਜਾਂਦਾ ਹੈ ਤਾਂ ਉਹਨੂੰ ਫਿਰ ਮੁਕਰਰ ਬਣਾਓ। ਅਗਰ ਉਹਦੇ ਵਿੱਚ ਤਦਰੀਸ ਦਾ ਫਨ ਪਾਇਆ ਜਾਂਦਾ ਉਹਨੂੰ ਫਿਰ ਮੁਦਰਿਸ ਬਣਾਓ। ਔਰ ਅਗਰ ਉਹਦੇ ਵਿੱਚ ਤਹਰੀਰ ਦਾ ਫਨ ਪਾਇਆ ਜਾਂਦਾ ਉਹਨੂੰ ਮੁਹਰਿਰ ਬਣਾਓ,
हाँ और फरमाया कि ਜਿਹੜਾ ਜਿਸ ਕੰਮ ਦੇ ਉੱਤੇ ਅਹਲੀਅਤ ਰੱਖਦਾ ਉਹਦੇ ਕੋਲ ਫਿਰ ਉਹੀ ਕੰਮ ਲਵੋ ਤੇ ਇਹਨਾਂ ਨੂੰ ਭਾਰੀਆਂ ਤਨਖਾਹਾਂ ਦੇ ਆ ਜੇ ਭਾਰੀਆਂ ਤਨਖਾਹਾਂ ਦੇ ਕੇ ਇਹਨਾਂ ਨੂੰ ਬਿਠਾਇਆ ਜੇ ਇਹਨਾਂ ਉਲਮਾ ਨੂੰ। ਅੱਜ ਅਸੀਂ ਕੀ ਕੀਤਾ? ਅਸੀਂ ਮਦਰਸਾ ਬਣਾਇਆ 8 ਸਾਲ ਲਾ ਕੇ ਦਰਸੇ ਨਾਮੀ ਕਰਵਾਈ। ਮੇਰਾ ਅਦਾਰਾ ਹੈ, ਮੈਂ ਆਪਣੇ ਅਦਾਰੇ ਦਾ ਮੇਰਾ ਉਹ ਮਾਦਰੇ ਇਲਮੀ ਹੈ, ਮੈਂ ਉਹਦਾ ਫਖਰ ਨਾਲ ਉਹਦਾ ਨਾਮ ਲੈਣਾ। ਦਾਵਤ ਇਸਲਾਮੀ ਦੇ ਇਦਾਰੇ ਚੋਂ ਜਾਮੀਅਤੁਲ ਮਦੀਨਾ ਕਰਾਚੀ ਚੋਂ ਮੈਂ ਪੜ੍ਹਿਆ ਵਾਂ। ਦਾਵਤ ਇਸਲਾਮੀ ਨੇ ਸਾਡੇ ਤੇ ਬੜਾ ਪੈਸਾ ਲਾਇਆ, ਇੱਕ ਇੱਕ ਫਰਦ ਦੇ ਉੱਤੇ ਉਹਨਾਂ ਨੇ ਬਹੁਤ ਅੱਛਾ ਸਾਨੂੰ ਪੈਨ ਨੂੰ ਦਿੱਤਾ, ਬਹੁਤ ਅੱਛਾ ਖਾਣ ਨੂੰ ਦਿੱਤਾ, ਕਿਤਾਬਾਂ ਫਰੀ, ਹਰ ਚੀਜ਼ ਫਰੀ, ਔਰ ਬੜੀ ਮਿਹਨਤ ਕੀਤੀ ਸਾਡੇ ਤੇ ਇੱਕ ਇੱਕ ਬੱਚੇ ਤੇ ਹੁਣ ਇਸ ਤੋਂ ਬਾਅਦ ਕੀ ਇੱਕ ਮਿਸਾਲ ਹੈ, ਲੱਖਾਂ ਰੁਪਈਆ ਜਾਂ ਕਰੋੜਾਂ ਰੁਪਈਆ ਇੱਕ ਬੱਚੇ ਦੇ ਲੱਗ ਗਏ ਹੈ, ਉਹ ਤਿਆਰ ਹੋ ਗਿਆ, ਆਲਿਮ ਬਣ ਗਿਆ ਇੱਕ ਜ਼ਬਰਦਸਤ ਕਿਸਮ ਦਾ, ਤੇ ਉਹਨੂੰ ਛੱਡ ਦਿਓਗੇ ਤੁਸੀਂ? ਉਹ ਨਾਲੇ ਕੀ ਉਹਦੇ ਚ ਅਹਲੀਅਤ ਵੇ ਤਹਰੀਰ ਦੀ, ਤੇ ਤੁਸੀਂ ਉਹਨੂੰ ਲਾ ਛੜਿਆ ਮੁਦਰਰਿਸ। ਉਹ ਕਿਆ ਉਹ ਤਦਰੀਸ ਕਰ ਸਕਦੇ? ਜਾਂ ਉਹਦੇ ਤਕਰੀਰ ਦਾ ਫਨ ਸੀ ਤੇ ਤੁਸੀਂ ਉਹਨੂੰ ਲਾ ਛੜਿਆ ਤਹਰੀਰ ਦੇ ਚੱਕਰ ਚ, ਕਿਆ ਉਹ ਕਰ ਸਕੇਗਾ? ਨਹੀਂ ਕਰ ਸਕੇਗਾ। ਤੇ ਬੰਦੇ ਦੀ ਅਹਲੀਅਤ ਵੇਖਣੀ ਪਏਗੀ। ਇਹ ਮੈਂ ਸਿਰਫ ਇੱਕ ਮਿਸਾਲ ਦਿੱਤੀ ਹੈ, ਮਜਮੂਈ ਤੌਰ ਤੇ ਪੂਰੀ ਵਰਲਡ ਦਾ ਮੈਂ ਤੁਹਾਨੂੰ ਦੱਸ ਰਿਹਾ ਵਾਂ। ਉਲਮਾ ਜ਼ਰੂਰ ਤਿਆਰ ਕਰੋ, ਲੇਕਿਨ ਉਹਨਾਂ ਉਲਮਾ ਨੂੰ ਫਿਰ ਇਸਤੇਮਾਲ ਚ ਲਿਆਓ। ਇਹ ਨਹੀਂ ਕਿ ਲੱਖਾਂ ਰੁਪਈਆ ਲਾ ਕੇ ਤੁਸੀਂ ਉਹਨੂੰ ਛੱਡ ਦਿਓ। ਚੱਲ ਬਈ ਜਾ ਹੁਣ ਉਹ ਬੱਚਾ ਕਿ ਜਿਹਨੇ ਪੂਰੀ ਜ਼ਿੰਦਗੀ ਲਾ ਕੇ ਕਿਤਾਬੋ ਕਲਮ ਚ ਗੁਜ਼ਾਰੀ ਹੈ, ਨਾ ਉਹਨੇ ਕੋਈ ਹੁਨਰ ਸਿੱਖਿਆ, ਨਾ ਉਹ ਕੋਈ ਕਾਰੋਬਾਰੀ ਹੈ, ਨਾ ਉਹਦੇ ਕੋਲ ਜ਼ਰੀਆ ਮੁਆਸ਼ ਹੈ, ਉਹ ਬੰਦਾ ਜਾਏਗਾ ਤੇ ਜਾਏਗਾ ਕਿੱਥੇ? ਕੀ ਕਰੇਗਾ? ਚੰਦ ਹਜ਼ਾਰ ਰੁਪਏ ਦੇ ਕੇ ਉਹ ਜੀ ਮਸਜਿਦ ਦਾ ਉਹਨੂੰ ਰਾਹ ਲਿਆ ਜਾਂਦਾ ਹੈ। ਚਪੜਾਸੀ ਤੋਂ ਵੀ ਜ਼ਿਆਦਾ ਔਕਾਤ ਨਹੀਂ ਉਹਦੀ ਹੁੰਦੀ ਵਿਚਾਰੇ ਦੀ। ਹੈ ਇੱਕ ਆਲਿਮ ਹੈ ਜਿਹਨੂੰ फरमाया कि उलमा उम्मत का अंबिया बनी इसराइल, मेरी उम्मत के उलमा बनी इसराइल के अंबिया की तरह। उन्होंने औकात वेख लो कि हर शराबी ते जानी किस्म का महल्लेदार उठ के ते इमाम मस्जिद दे उत्ते चढ़ जाता है, सिर ते सवार हो जाता है। एक मिनट मौलवी साहब लेट हो जान ते ओदी लाह पा के हथ च फड़ा दिंदे ने। ਤੇ ਇਹ ਨੇ ਅਸੀਂ ਨਾ ਉਲਮਾ ਜ਼ਾਇਆ ਕੀਤੇ ਨੇ, ਤੇ ਹੋਇਆ ਕੀ ਉਹ 8 ਸਾਲ ਦਾ ਜਿਹੜਾ ਕਰੋੜਾਂ ਰੁਪਈਆ ਉਹਦੇ ਤੇ ਲੱਗਾ ਸੀ ਉਹ ਜ਼ਾਇਆ ਗਿਆ ਨਾ, ਉਹ ਤੇ ਫੂ ਉੱਗ ਗਿਆ। ਕਿੰਨੇ ਕੁ ਡਿਬੇਟਰ ਅਸੀਂ ਤਿਆਰ ਕੀਤੇ ਨੇ? ਹੈ ਜੇ ਕੋਈ ਡਿਬੇਟਰ ਤੁਹਾਡੇ ਕੋਲ? ਦੱਸੋ, ਲਿਆਓ। ਹਾਂ ਅਸੀਂ ਡਿਬੇਟਰ ਤਿਆਰ ਸ਼ਾਇਦ ਕੀਤੇ ਨੇ ਕਿ ਵਾਬੀ ਦਿਓਬੰਦੀ ਸ਼ੀਆ ਆਪਸ ਚ ਘੁਲਣ ਵਾਲੇ, ਘੁਲੋ ਬਹਿ ਕੇ ਹਾਜ਼ਰੋ ਨਾਜ਼ਰ ਤੇ ਨੂਰੋ ਬਸ਼ਰ ਦੀਆਂ ਤੇ ਕਰੋ ਮੁਨਾਜ਼ਰੇ ਬਾਈ, ਰਗੜ ਕੇ ਘੁਲੋ। ਤੇ ਤਕਾਬਲੇ ਦਿਆਨੋ ਮਜ਼ਾਹਬ ਤੇ ਅਸੀਂ ਕਿੰਨੇ ਕੁ ਡਿਬੇਟਰ ਤਿਆਰ ਕੀਤੇ ਨੇ, ਉਂਗਲੀਆਂ ਤੇ ਨਹੀਂ ਤੁਸੀਂ ਗਿਣ ਸਕਦੇ ਕਿ ਜਿਹਦੇ ਚ ਇੰਨੀ ਐਬਿਲਿਟੀ ਹੋਵੇ। ਇਹਨਾਂ ਨੇ ਬਾਈਬਲ ਤੱਕ ਦਾ ਨਾਮ ਤੱਕ ਨਹੀਂ ਸੁਣਿਆ ਹੁੰਦਾ। ਬਾਈਬਲ ਪੜ੍ਹਨੀ ਤੇ ਬੜੀ ਦੂਰ ਦੀ ਗੱਲ ਹੈ। ਤੇ ਆਜਤ ਮੈਂ ਆਪਣੀ ਗੱਲ ਦੱਸ ਰਿਹਾ, ਮੈਂ ਦਰਜਾ ਸਾਨੀਆਂ ਦੇ ਵਿੱਚ ਬਾਈਬਲ ਪੂਰੀ ਪੜ੍ਹ ਛੜੀ ਸੀ ਦੂਜੇ ਸਾਲ ਚ ਸਮਝ ਜਦੋਂ। ਤਾਲਮੂਦ ਨੂੰ ਮੈਂ ਤੀਜੇ ਸਾਲ ਦੇ ਵਿੱਚ ਪੜ੍ਹ ਛੜਿਆ ਸੀ। ਮੈਂ ਗੀਤਾ ਨੂੰ ਤੀਜੇ ਸਾਲ ਦੇ ਵਿੱਚ ਪੜ੍ਹ ਛੜਿਆ ਸੀ। ਮੈਨੂੰ ਤੇ ਇੰਨਾ ਸ਼ੌਕ ਸੀ ਕਿ ਸਾਡੇ ਨਾਲ ਇੱਕ ਤਾਲਬੇ ਇਲਮ ਸੀ, ਮੈਨੂੰ ਉਹਦਾ ਨਾਮ ਅਜੇ ਵੀ ਯਾਦ ਹੈ, ਅਬਦੁਰ ਰਹਿਮਾਨ ਉਹਦਾ ਨਾਮ ਰੱਖਿਆ ਸੀ, ਤੇ ਹਿੰਦੂਓਂ ਉਹ ਮੁਸਲਮਾਨ ਹੋਇਆ ਸੀ, ਤੇ ਉਹ ਸਾਡਾ ਕਲਾਸ ਫੈਲੋ ਸੀ। ਤੇ ਉਹਨੇ ਕਿਹਾ ਸ਼ਾਹ ਜੀ ਤੁਹਾਡਾ ਤਕਾਬਲੇ ਅਧਿਆਨੋ ਮਜ਼ਾਹਬ ਤੇ ਬੜਾ ਮੁਤਾਲਿਆ ਹੈ, ਤੇ ਮੇਰੇ ਵਾਲਦੈਨ ਹਜੇ ਤੱਕ ਹਿੰਦੂ ਨੇ, ਤੇ ਉਹਨਾਂ ਨੂੰ ਮੁਸਲਮਾਨ ਕਰਨਾ ਤੇ ਉਹਨਾਂ ਨੂੰ ਦਾਵਤ ਦੇਣੀ ਹੈ, ਤੇ ਚੱਲੋ ਨਾ ਮੇਰੇ ਨਾਲ। ਰਾਮੇ ਦਾ ਜਿਹੜਾ ਵੇ ਉਹ ਮੇਲਾ ਲੱਗਣ ਲੱਗਾ, ਉਹ ਨਹੀਂ ਉਹ ਗਾਣਿਆਂ ਦੇ ਵਿੱਚ ਰਾਮਾ ਰੇ ਰਾਮਾ ਰਾਮਾ ਰੇ ਰਾਮਾ, ਉਹ ਅਸਲ ਚ ਉਹਦਾ ਮੰਦਿਰ ਤੁਹਾਡੇ ਪਾਕਿਸਤਾਨ ਦੇ ਵਿੱਚ ਥਰ ਏਰੀਏ ਦੇ ਵਿੱਚ।
ਤੇ ਉਹਨੇ ਕਿਹਾ ਜੀ ਚਲੋ ਤੁਸੀਂ ਨਾਲ, ਤੇ ਉਹਨਾਂ ਨੂੰ ਤਾਂ ਨਾਲੇ ਉੱਥੇ ਨਾ ਸ਼ਾਹ ਜੀ ਕਿਤਾਬਾਂ ਦੇ ਵੀ ਸਟਾਲ ਲੱਗਦੇ ਨੇ ਹਿੰਦੂਆਂ ਦੀਆਂ, ਤੇ ਕਿਤਾਬਾਂ ਵੀ ਲਵਾਂਗੇ। ਮੈਂ ਕਿਹਾ ਚਲੋ ਬਈ, ਤੇ ਅਲਹਮਦੁਲਿਲਾ ਸਾਨੂੰ ਫਿਰ ਫਵਾਇਦ ਉਹਦੇ ਮੁਰਤਬ ਹੋਏ ਸਨ। 6 ਹਿੰਦੂ ਮੁਸਲਮਾਨ ਹੋਏ ਸਨ ਅਲਹਮਦੁਲਿਲਾ। ਤੇ ਉੱਥੇ ਫਿਰ ਕਿਤਾਬਾਂ ਵੀ ਲੱਗੀਆਂ ਸਨ, ਤੇ ਮੈਂ ਹਿੰਦੂਆਂ ਦੀਆਂ ਬਕਾਇਦਾ ਕਿਤਾਬਾਂ ਲੈ ਕੇ ਆਇਆ ਸਾਂ। ਨਾਲੇ ਸਾਡੇ ਕਰਾਚੀ ਉੱਥੇ ਫਜ਼ਲੀ ਸੰਜ਼, ਉੱਥੇ ਮਜ਼ਾਹਬ ਔਰ ਅਧਿਆਨ ਦੀਆਂ ਕਿਤਾਬਾਂ ਮਿਲ ਜਾਂਦੀਆਂ ਨੇ, ਉਹ ਲਿਆ ਕੇ ਅਸੀਂ ਪੜ੍ਹਦੇ ਰਹੇ। ਮੈਨੂੰ ਤੇ ਕਿਤਾਬ ਦਾ ਸ਼ੌਕ ਹੀ ਇੰਨਾ ਹੁੰਦਾ ਸੀ, ਯਕੀਨ ਮੰਨਿਓ ਰੋਜ਼ਿਆਂ ਦਾ ਦਿਨ ਸਨ, ਰਮਜ਼ਾਨ ਦਾ ਮਹੀਨਾ ਸੀ, ਤੇ ਪੁਰਾਣੀਆਂ ਬੁੱਕ ਦਾ ਸਟਾਲ ਲੱਗਦਾ ਸੀ ਸਦਰ, ਤੇ ਮੇਰੇ ਕੋਲ ਮੈਂ ਚੂੰਕਿ ਬੱਚੇ ਪੜ੍ਹਾਉਂਦਾ ਸਾਂ ਹੋਮ ਟਿਊਸ਼ਨ, ਤੇ ਮੈਨੂੰ ਫੀਸਾਂ ਮਿਲੀਆਂ ਸਨ, ਤੇ ਮੈਂ ਕਿਹਾ ਯਾਰ ਚਲੋ ਕਿਤਾਬਾਂ ਲੈ ਕੇ ਆਈਏ। ਹੁਣ ਕਿਤਾਬਾਂ ਮੈਂ ਲੈਣ ਗਿਆ, ਤੇ ਮੈਨੂੰ ਯਾਦ ਪੈਂਦਾ ਸ਼ਾਇਦ ਕੋਈ 1000 ਰੁਪਈਆ ਸੀ ਮੇਰੀ ਜੇਬ 'ਚ। ਕਿਤਾਬਾਂ ਜਿਹੜੀਆਂ ਮੈਂ ਸਾਰੀਆਂ ਚੁੱਕ ਲਈਆਂ ਨਾ, ਤੇ ਉਹ ਕਿਤਾਬਾਂ 1000 ਤੇ 10 ਰੁਪਏ ਦੀਆਂ ਬਣੀਆਂ। ਉਹ ਮੈਨੂੰ ਅੱਜ ਵੀ ਵਾਕਿਆ ਯਾਦ ਹੈ। ਮੈਂ ਨਾ ਉਹਨੂੰ ਕਿਹਾ ਕਿ ਇਹ ਨਾ 1000 ਰੁਪਏ ਹੀ ਹੈ ਮੇਰੇ ਕੋਲ ਯਾਰ। ਸ਼ਾਹ ਜੀ ਕਿਹੜੀ ਜਗ੍ਹਾ ਤੁਸੀਂ ਇਸ ਵੇਲੇ? ਤੇ ਜੀ ਦੱਸਣਾ ਜੀ, ਤੇ ਉਹ ਜਨਾਬ ਮੈਂ ਨਾ 1000 ਰੁਪਇਆ ਉਹਨੂੰ ਦੇ ਛੜਿਆ, ਜੇਬੀ 'ਚ 1 ਰੁਪਈਆ ਨਹੀਂ ਵੱਲਾ, ਮੈਂ ਸੱਚੀ ਗੱਲ ਕਰ। ਤੇ ਸਦਰੋਂ ਫਿਰ ਰੋਜ਼ਾ ਰੱਖਿਆ ਸੀ ਮੈਂ, ਮੈਨੂੰ ਇੰਨਾ ਪਤਾ ਹੈ, ਯਕੀਨ ਜਾਨੋ ਵਾਪਸ ਆਉਣ ਦਾ ਮੇਰੇ ਕੋਲ ਕਿਰਾਇਆ ਨਹੀਂ ਸੀ ਹੈ। ਅੱਲਾ ਦੀ ਕਸਮ ਚੁੱਕ ਕੇ ਆਨਾ, ਪੈਦਲ ਮੈਂ ਉੱਥੋਂ ਟੁਰਿਆ ਤੇ ਗੁਲਸਤਾਨੇ ਜੋਹਰ ਗਿਆ ਵਾਂ, ਪੈਦਲ, ਕਿਤਾਬਾਂ ਵੀ ਚੁੱਕੀਆਂ ਹਨ। ਤੇ ਇੰਨਾ ਨਹੀਂ ਸੀ ਮੇਰੀ ਖੁਦਦਾਰੀ ਨੇ ਗਵਾਰਾ ਕੀਤਾ ਕਿ ਮੈਨੂੰ ਕਹਾਂ ਯਾਰ ਮੇਰੇ ਕੋਲ ਵਾਪਸੀ ਦਾ ਕਿਰਾਇਆ ਨਹੀਂ, ਤੇ ਕਿਰਾਇਆ ਦੇ ਦੇ। ਮੈਂ ਕਿਹਾ ਨਹੀਂ। ਹੁਣ ਹਾਲਾਤ ਕੈਸੇ ਨਾ ਜੀ ਬਾਬਾ ਜੀ 1 ਮਿੰਟ, ਮੈਂ ਨਾ ਅਰਜ਼ ਕਰ ਰਿਹਾ 1 ਮਿੰਟ। ਸਰ ਜੀ ਤੁਸੀਂ ਕਾਫੀ ਲੰਬੀ, ਮੈਂ ਵੀ ਸਰ ਜੀ ਕੁਝ ਕਾਫੀ ਦੇਰ ਤੋਂ ਬੈਠੇ ਹਾਂ। ਜੀ ਜਰਾ ਤੁਸੀਂ ਅਜੇ ਹੁਣ ਤਸ਼ਰੀਫ ਲਿਆਇਓ, ਜਰਾ ਸੁਣ ਲਵੋ ਨਾ ਜੀ। ਸਰ ਜੀ ਤੁਸਾਂ ਉਲਮਾ ਹਜ਼ਰਾਤ ਜਿਹੜੇ ਹੋ ਨਾ ਜੀ ਬਾਬਾ ਜੀ 1 ਮਿੰਟ ਰੁਕ ਜਾਓ ਨਾ, ਸੁਣਾ ਲੈਣੇ ਆ, ਤੁਹਾਡੀ ਵੀ ਸੁਣਨੇ ਆ ਅਸੀਂ। ਥੋੜਾ ਮੌਕਾ ਸਾਰਿਆਂ ਨੂੰ ਦਿਓ। ਮੈਨੂੰ ਥੱਲੇ ਲਾ ਦੇ ਜਾਂ ਸ਼ਾਇਦ ਭਾਈ ਫਿਰ ਕੀ ਹੈ, ਤੁਸੀਂ ਜਾਂ ਤੇ ਫਿਰ ਇਹਨਾਂ ਦੀ ਗੱਲ ਸੁਣ ਲਓ। ਨਹੀਂ ਥੋੜੇ ਵਕਫੇ ਕਰੋ, ਸਾਰਿਆਂ ਨੂੰ ਮੌਕਾ ਮਿਲੇ। ਥੋੜੇ ਵਕਫੇ ਜਦੋਂ ਉਲਮਾ ਕਰਾਮ ਗੱਲ ਕਰਦੇ ਹੋ ਨਾ, ਨਹੀਂ ਉਲਮਾ ਕਰਾਮ ਸਰ ਜੀ ਅਸੀਂ ਵੀ ਤੇ ਉਸੇ ਨਬੀ ਦੀ ਉਮਤ ਆ, ਸਾਡਾ ਵੀ ਤੇ ਹੱਕ ਹੈ ਨਾ। ਚਲੋ ਜੀ ਤੁਹਾਡਾ ਹੱਕ ਹੈ ਨਾ, ਫਿਰ ਤੁਸੀਂ ਕਿਤੇ ਹੋਰ ਕਰ ਲਓ। ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ, ਅਦਬ ਦਾ ਨਹੀਂ ਪਤਾ। ਨਹੀਂ ਅਦਬ ਦਾ ਮੈਨੂੰ ਪਤਾ, ਲੇਕਿਨ ਆ ਗੱਲ ਮੁੱਕੇ ਵੀ ਨਾ। ਪੜ੍ਹੇ ਲਿਖੇ ਜਾਹਲ ਹੋ, ਕਿਹੋ ਜਿਹੀਆਂ ਗੱਲਾਂ ਪੇ ਕਰਦੇ ਹੋ? ਸੁਬਹ ਦਾ ਟਾਈਮ ਹੈ, ਖੁਦਾ ਦਾ ਖੌਫ ਕਰੋ। ਗੱਲ ਸੁਬਹ ਦੀ ਨਹੀਂ ਹੈ, ਗੱਲ ਹੈ ਕਿ ਕਰ ਜਾਣਾ ਹੁਣ ਕੀ ਦਿਮਾਗ ਪੇ ਖਾਣਾ। ਥੋੜੀ ਜਿਹੀ ਗੱਲ ਮੁਫਤ ਇਹਨਾਂ ਨੂੰ ਕਾਲ ਤੇ ਚੱਕਿਆ ਕਿੰਨੇ ਨੇ? ਹਾਲਾਤ ਨਾਲ ਇਜ਼ਹਾਰ ਕਰਨਾ ਚਾਹੀਦਾ। ਸ਼ਾਹਿਦ ਭਾਈ ਲੱਗਦਾ ਹੈ ਗਾਇਬ ਹੋ ਗਏ। ਭਾਈ ਉਹ ਯਾਰ ਥੱਲੇ ਬਹਿ ਜਾ, ਤੇਰੀ ਮਿਹਰਬਾਨੀ, ਸੁਬਹ ਦਾ ਟਾਈਮ ਹੈ, ਦਿਮਾਗ ਨਾ ਖਰਾਬ ਕਰੀ, ਥੱਲੇ ਬਹਿ ਜਾ। ਕੀ ਹੈ ਮੈਂ ਸੁਣਦਾ ਸਭ ਕੀ ਗੱਲ ਹੋਈ ਹੈ। ਇਹਨਾਂ ਨੂੰ ਕਾਲ ਤੇ ਕਿੰਨੇ ਚੁੱਕੇ ਐ? ਇਹ ਨਾ ਕਾਲ ਪਾਈ ਸੀ ਰਾਜਾ ਸਾਹਿਬ ਨੇ ਜਿਹੜੇ। ਨਹੀਂ ਇਹ ਕਾਲ ਤੇ ਚੱਕਿਆ ਕਿੰਨੇ, ਮੈਂ ਸਵਾਲ ਕੀਤਾ। ਕਾਲ ਤੋਂ ਲਾ ਦਿਓ ਸ਼ਾਇਦ ਭਾਈ। ਮੈਂ ਚੁੱਕਿਆ ਬਈ ਤੁਸੀਂ ਕਾਲ ਤੇ ਚੱਕਿਆ ਤੇ ਕੋਲ ਬਹਿ ਕੇ ਕੇਅਰ ਤੇ ਕਰੋ ਨਾ ਜੀ। ਉਹ ਵਿੱਚ ਹੀ ਮੈਂ ਜੇ ਗੱਲ ਕਰ ਰਿਹਾ ਤੇ ਵਿੱਚ ਹੀ ਬੋਲਣਾ ਸ਼ੁਰੂ ਹੋ ਗਏ ਨੇ, ਤੇ ਤੁਸੀਂ ਉਹਨਾਂ ਨੂੰ ਚੁੱਪ ਵੀ ਨਹੀਂ ਕਰਾ ਰਹੇ। ਸੌਰੀ। ਜੀ ਜਿਹੜਾ ਜ਼ਮਾਨੇ ਦਾ ਨਸੂਰ ਹੈ, ਮੈਂ ਉਹਦੇ ਤੇ ਰੋਸ਼ਨੀ ਪਾ ਰਿਹਾ ਵਾਂ ਕਿ ਜੀ ਅਸਲ ਕੀ ਮਾਮਲਾਤ ਕੀ ਨੇ। ਤੇ ਗੱਲ ਹੁਣ ਮੈਨੂੰ ਵੀ ਭੁੱਲ ਗਈ ਹੈ ਕਿ ਕਿੱਥੋਂ ਟੁਰੀ ਤੇ ਕਿੱਥੇ ਪਹੁੰਚੀ। ਤੇ ਯਾਦ ਕਰਾਓ ਯਾਰ ਮੈਨੂੰ ਗੱਲ ਕੀ ਸੀ ਉਹ। ਅੱਛਾ ਕਿਤਾਬਾਂ, ਠੀਕ ਹੈ। ਤੇ ਇਹ ਵੇ ਕਿਤਾਬ ਦਾ ਜਿਹੜਾ ਵੇ ਨਾ, ਵਾਪਸ ਆਏ ਸੋ ਰੋਜ਼ਾ ਰੱਖਿਆ ਦਾ ਸੀ, ਔਰ ਤੁਸੀਂ ਉਹਨੂੰ 1000 ਦਿੱਤਾ ਕਿ ਇਹ ਵੀ ਜੀ ਬਿਹਤਰ ਹੋ ਗਿਆ ਜੀ, ਬਿਹਤਰ ਹੋ ਗਿਆ ਜੀ। ਤੇ ਉਹ ਐ ਵੇ ਕਿ ਕਿਤਾਬ ਨਾਲ ਪਿਆਰ ਮੁਹੱਬਤ ਦਾ ਮੈਂ ਦੱਸ ਰਿਹਾ ਵਾਂ, ਦਰਸ ਦੇ ਰਿਹਾ ਵਾਂ ਕਿ ਸਾਨੂੰ ਤੇ ਅੱਲਾ ਦੇ ਹੁਕਮ ਨਾਲ ਬਚਪਨ 'ਚ ਕਿਤਾਬ ਨਾਲ ਇੰਨਾ ਪਿਆਰ ਰਿਹਾ, ਮੁਹੱਬਤ ਰਹੀ ਹੈ। ਅੱਲਾ ਦੀ ਕਸਮ, ਜਿੰਨਾ ਤੱਕ ਕਿਤਾਬਾਂ ਲਿਆ ਕੇ ਉਹਨਾਂ ਨੂੰ ਪੜ੍ਹ ਨਹੀਂ ਸੀ ਲੈਂਦੇ, ਚੈਨ ਨਹੀਂ ਸੀ ਆਉਂਦਾ ਕਿ ਭਾਈ ਇੱਕ ਸਫ਼ਾ ਰਹਿ ਨਾ ਜਾਏ। ਤੇ
ਪੜ੍ਹਿਆ ਕਰੋ ਯਾਰ, ਪੜ੍ਹਿਆ ਕਰੋ। ਹਰ ਟਾਈਮ ਸੋਸ਼ਲ ਮੀਡੀਆ ਨੂੰ ਹੀ ਨਾ ਚਮੜੇ ਰਿਹਾ ਕਰੋ, ਮੋਬਾਈਲ ਹੱਥ 'ਚ ਨਾ ਰਵੇ। ਕੋਈ ਕਿਤਾਬ ਲੈ ਕੇ ਪੜ੍ਹੋ ਤੇ ਸਹੀ, ਕੋਈ ਇਲਮ ਆਏਗਾ, ਕੋਈ 4 ਲਫ਼ਜ਼ ਪਤਾ ਚੱਲਣਗੇ ਹੀ ਨਾ ਨਵੇਂ। ਯਕੀਨ ਮੰਨਿਓ ਕਿ ਇਹ ਪੁਰਾਣੀਆਂ ਗੱਲਾਂ ਦੱਸਿਆ, ਹੁਣ ਨਹੀਂ, ਹੁਣ ਮਾਮਲੇ ਕੁਝ ਹੋਰ ਹੋ ਗਏ ਨੇ। ਪੁਰਾਣੀਆਂ ਗੱਲਾਂ ਮੈਂ ਪ੍ਰਿੰਟਰ ਲਿਆਂਦਾ, ਪ੍ਰਿੰਟਰ ਸਿਰਫ ਇਸ ਵਜ੍ਹਾ ਤੋਂ ਲਿਆਂਦਾ ਕਿ ਇਹਨਾਂ ਦਾ ਜਿਹੜਾ ਰੋਜ਼ਨਾਮਾ ਅਲ ਫਜ਼ਲ ਹੈ ਨਾ ਅਖਬਾਰ, ਮੈਂ ਕਿਹਾ ਇਹਦੇ ਮੈਂ ਪ੍ਰਿੰਟ ਕੱਢ ਕੇ ਨਾ ਮੋਬਾਈਲ ਕੰਪਿਊਟਰ ਤੇ ਵੇਖ ਕੇ ਨਹੀਂ ਪੜ੍ਹੀ ਜਾਂਦੀ ਕਿਤਾਬ, ਕਿਉਂਕਿ ਮੈਂ ਕੋਈ ਨਿਸ਼ਾਨੀਆਂ ਲਾਉਣੀਆਂ ਹੁੰਦੀਆਂ ਨੇ ਜਾਂ ਇੰਜ ਦੇ ਕੋਈ ਮਾਮਲਾਤ ਹੁੰਦੇ ਨੇ। ਮੈਂ ਇੱਕ ਅਖਬਾਰ ਪ੍ਰਿੰਟ ਕਰਨਾ ਪੂਰਾ ਪੜ੍ਹਨਾ ਕਰਨਾ, ਉਹਦੇ 'ਚ ਕਈ ਚੀਜ਼ਾਂ ਸਾਨੂੰ ਨਵੀਆਂ ਲੱਭ ਜਾਣੀਆਂ। ਇੰਜ ਦਾ ਸੀ ਮੇਰਾ ਜ਼ੇਨ। ਪੁਰਾਣੀਆਂ ਗੱਲਾਂ ਦੱਸ ਰਹੇ ਹਾਂ। ਯਕੀਨ ਮੰਨੋ ਮੇਰੀ ਇਹ ਜਿਹੜੇ ਹਾਈਲਾਈਟਿਡ ਇਬਾਰਤਾਂ ਮੈਂ ਬਹਾਨਾ ਵਾ, ਇਹ ਸਾਡੇ ਜਾਂ ਤਹਕੀਕਾਤ ਪੁਰਾਣੀਆਂ ਕੀਤੀਆਂ ਹੋਈਆਂ ਨੇ। ਹੁਣ ਤੇ ਚੱਕਰ ਸਹੀ ਹੋ ਗਿਆ, ਇਹ ਪੁਰਾਣੇ ਸਾਡੇ ਫੋਲਡਰ ਰੱਖੇ ਹੋਏ ਨੇ, ਮਵਾਦ ਟੁਰਦਾ ਹੁੰਦਾ ਪਿਆ। ਤੇ ਪੜ੍ਹਿਆ ਕਰੋ ਯਾਰ, ਪੜ੍ਹਿਆ ਕਰੋ, ਮੁਤਾਲਾ ਕਰਿਆ ਕਰੋ। ਤੇ ਜਦੋਂ ਕੋਈ ਕਿਤਾਬ ਦਾ ਕਿਧਰੇ ਹਵਾਲਾ ਲੱਭੇ ਤੇ ਉਹ ਓਰੀਜਨਲ ਕਿਤਾਬ ਚੁੱਕ ਕੇ ਵੇਖਣੀ ਹੈ ਕਿ ਉਹਦੇ 'ਚ ਕੀ ਲਿਖਿਆ ਹੈ। ਐਸੇ ਵਾਸਤੇ ਹੀ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਸਾਡੇ ਸਾਦਾ ਉਲਮਾ ਇਕਰਾਮ ਨੇ ਪੁਰਾਣੀਆਂ, ਉਹਦੇ ਸਿਰਫ ਇੰਨਾ ਲਿਖਿਆ ਜੀ, ਬੁਖਾਰੀ, ਮੁਸਲਮ, तिरमिज़ी, बस। लो जी हदाया के अंदर है कंजु दकायक में। चलो हुण एडी वड्डी कंजु दकायक कित्थों जाके लभी है जी। ते तरीकाकार है वे कि हवाला पूरा दिता जाए, मतबूआ तक दसिया जाए, सफ़ा जिल्द अगे। अगर उस मतबूए ने कोई 5-6 एडिशन कड्ढे न तो फिर एडिशन भी दसिया जाए कि फलां सन दा एडिशन है तो फलां मतबूआ है, तो वह फलां जिल्द है तो फलां सफ़ा है, ताकि असल इबारत वेखण च आसानी रहे। ऐ वे तरीकाकार हवाला देण दा। आजज ने भी जड़ियाँ किताबां जिन्नियां लिखियां ने उहदे च इहो ही तरीका रखिया है, हवाला पूरा देना है भाई, कोई भी बंदा वो असल चीज़ नूं वेख सके। हत्ता कि मैं ते असल किताबां दे स्कैन तक ला छड़े ने कि किधरे इधर उधर जाण दी लोड़ ही ना पवे भाई। ते गल्लां वड्डियां ही हो गईयां ने ते वाह ही हो गईयां ने। ते बहरहाल जामिया खत्मे नबूवत दी फिर कंपेन चल रही है। पिछले दिनों भी कंपेन चलाई है, फिर सुस्त हो गई सी कंपेन, तो दोबारा मैं वैसे तो मेरे जेहन च सी कि रजब, शबान ते रमज़ान ये 3 महीने मैं कंपेन चलानी है तो असीं जगह लैनी लैनी। ते आजज ने इंशाअल्लाह अज़्ज़ा वजल तकाबले दयानो मज़ाहब दा इदारा बनाना ही बनाना है। भावें यकीन जानो मैनू झोली हर एक अगे क्यों ना फैलानी पई, कोई गल नहीं। वो अब्दुल सत्तार एदी भी सी ना, रोड ते बिछा के बह जांदा हुंदा सी मसला। ते ए मैं नीयत कीती है, हर एक को मंगना इदारा बनाना है भाई, कुछ भी ना रवे साडा। ते एक जिहड़ा वे ना डिबेट दा इदारा जरूरी है भाई। इंशाअल्लाह असीं उत्थे मौलवी नहीं तैयार करांगे, असीं डिबेटर तैयार करांगे इंशाअल्लाह। तुसीं वेखो सही इदारा बन जाए सही एक बारी, तो जो प्लान असीं तरतीब दिता है अपने ज़हन च, तो इंशाअल्लाह ख्वाब कदी पूरा होएगा इंशाअल्लाह, कोई गल नहीं। मुफ्ती साहब मैं अर्ज करा प्लीज। जी जनाब। ਜਿਹੜਾ ਤੁਸੀਂ ਇਦਾਰੇ ਦੀ ਗੱਲ ਕੀਤੀ, ਥੋੜੀ ਜਿਹੀ ਇਸ ਚੀਜ਼ ਤੇ, ਇਸ ਪ੍ਰੋਜੈਕਟ ਤੇ ਥੋੜਾ ਜਿਹਾ ਰੋਸ਼ਨੀ ਪਾਉਣਾ ਪਸੰਦ ਕਰੋਗੇ जी? रोशनी मैं जी पा देना जी, रोशनी पा देना। वैसे तो यूट्यूब के चैनल मेरे खत्मे नबूवत टाइम ते एदी भी रिकॉर्डिंग हो रही है, तो यह भी जाएगी यूट्यूब ते ही। तो उदों जो मेरी वीडियो लगती है तो वीडियो ते बिल्कुल आखिर ते इश्तिहार चलता है, तो वो इश्तिहार ऐसे चीज़ का तारुफ ही है। तो जेड़े तो साडे यूट्यूब के व्यूवर ने उन्होंने तो पता वे, तो बहरहाल मैं एक बारी उंज जबानी कलामी दस देना। इदारा इंज दा बनाना चाह रहे हैं जिथे कुड़ियां भी पढ़नगियां ते मुंडे भी,
ਤੇ ਪਹਿਲੇ ਤੇ ਵੈਸੇ ਕੁੜੀਆਂ ਦਾ ਮੈਂ ਐਲਾਨ ਕੀਤਾ ਸੀ ਜਾਮਿਆ ਖਤਮੇ ਨਬੂਵਤ ਲਿਲ ਬਨਾਤ, ਲੇਕਿਨ ਹਾਲਾਤੋਂ ਵਾਕਿਆਤ ਨੇ ਮੈਨੂੰ ਦੱਸੇ ਹੈ ਕਿ ਨਹੀਂ ਭਾਈ ਇਹ ਦੋਵੇਂ ਹੀ ਬਣਾ, ਅੱਧਾ ਕੁੜੀਆਂ ਦਾ ਕਰ ਲਓ ਤੇ ਅੱਧਾ ਮੁੰਡਿਆਂ ਦਾ ਕਰ ਲਓ, ਇੱਧਰ ਕੁੜੀਆਂ ਪੜ੍ਹਨ ਤੇ ਇੱਧਰ ਮੁੰਡੇ ਪੜ੍ਹਨ। ਤੇ ਉਹ ਇਦਾਰਾ ਇੰਜ ਦਾ ਕਿ ਜਿਹੜੇ ਐਕਸ ਕਾਦੀਆਨੀ ਲੋਕ ਹੁੰਦੇ ਨੇ ਜਾਂ ਐਕਸ ਹਿੰਦੂਜ਼ ਜਾਂ ਐਕਸ ਕ੍ਰਿਸਚਨ, ਕਿ ਜਿਹੜੇ ਦੂਸਰੇ ਕਿਸੇ ਦੀਨ ਮਜ਼ਹਬ ਨੂੰ ਛੱਡ ਕੇ ਇਸਲਾਮ ਕਬੂਲ ਕਰਦੇ ਨੇ, ਅਸਲ ਦੇ ਵਿੱਚ ਉਹਨਾਂ ਵਾਸਤੇ ਪਨਾਹ ਦੇਣੀ ਹੈ ਕਿ ਉਹ ਆ ਜਾਓ ਸਾਡੇ ਅਦਾਰੇ 'ਚ, ਅਸੀਂ ਤੁਹਾਡੀ ਤਾਲੀਮੋ ਤਰਬੀਅਤ ਕਰਨੇ ਆ, ਤੁਹਾਨੂੰ ਹੁਨਰਮੰਦ ਵੀ ਬਣਾਉਂਦੇ ਆ, ਤੁਹਾਨੂੰ ਜ਼ਿੰਦਗੀ ਗੁਜ਼ਾਰਨ ਦਾ ਇੱਕ ਅੱਛਾ ਮੌਕਾ ਫਰਾਹਮ ਕਰਨੇ ਆ। ਯਾਰ ਮਦਰਸਿਆਂ ਦੇ ਵਿੱਚ ਵੀ ਤਾਂ ਅਸੀਂ ਬੱਚਿਆਂ ਨੂੰ ਇੱਧਰ ਯਤੀਮ ਤੇ ਮਸਕੀਨਾਂ ਨੂੰ ਇਕੱਠਿਆਂ ਕਰਕੇ ਖਵਾਉਂਦੇ ਹੀ ਆ ਨਾ, ਤੇ ਅਸੀਂ ਇਹਨਾਂ ਨੂੰ ਖਵਾਵਾਂਗੇ, 3 ਟਾਈਮ ਦੀ ਰੋਟੀ ਹੀ ਦੇਣੀ ਪੈਣੀ ਹੈ ਨਾ ਯਾਰ, ਉਹ ਇਹਨਾਂ ਨੂੰ ਦੇ ਦਿਆਂਗੇ ਕੋਈ ਗੱਲ ਨਹੀਂ, ਤੇ ਕੋਲ ਰੱਖ ਕੇ ਅਸੀਂ ਤਾਲੀਮੋ ਤਰਬੀਅਤ ਕਰਾਂਗੇ। ਉਹ ਕੁੜੀਆਂ ਵੀ ਤੇ ਮੁੰਡੇ ਵੀ ਉਹ ਨਾਲ ਕੀ ਹੈ ਕਿ ਜਨਾਬ ਸਕਾਲਰ ਬਣਨਗੇ, ਆਲਿਮ ਬਣਨਗੇ, ਡਿਬੇਟਰ ਬਣਨਗੇ, ਉਹ ਫਾਇਦਾ ਹੋ ਜਾਏਗਾ। ਨਾਲ ਅਸੀਂ ਸਕੂਲ ਦੀ ਤਾਲੀਮ ਵੀ ਦਵਾਵਾਂਗੇ, ਸਕੂਲ ਦੀਆਂ ਡਿਗਰੀਆਂ ਵੀ ਨਾਲ ਚੱਲਣਗੀਆਂ ਇਨਸ਼ਾਅੱਲਾ, ਸਕੂਲ ਦੀ ਤਾਲੀਮ ਦਾ ਵੀ ਇਹਤਮਾਮ ਕਰਾਂਗੇ, ਉਹ ਇੱਥੇ ਹੀ ਇਹਨਾਂ ਦੇ ਪੇਪਰ ਵੀ ਦਵਾਵਾਂਗੇ, ਤਾਂ ਕਿ ਉਹ ਜਦੋਂ ਫਾਰਗ ਹੋਣ ਤੇ ਉਹ ਕੁਝ ਜ਼ਮਾਨ ਉਹ ਅਗਰ ਉਹ ਮਸਜਿਦ ਵਾਲੇ ਮੌਲਵੀ ਨਾ ਤਿਆਰ ਹੋਣ, ਉਹ ਆਪਣੇ ਕੰਮ ਕਾਜ ਉਂਝ ਹੀ ਕਰਨ ਜਿੰਜ ਕਰਨਾ ਨੇ, ਲੇਕਿਨ ਉਹ ਇੱਕ ਸਕਾਲਰ ਤਿਆਰ ਹੋਣ, ਡਿਬੇਟਰ ਤਿਆਰ ਹੋਣ, ਕਿ ਕੱਲ ਅਗਰ ਉਹਨਾਂ ਨੂੰ ਕਿਸੇ ਮੁਕਾਮ ਤੇ ਵੀ ਬਿਠਾ ਦਿੱਤਾ ਜਾਏ ਤੇ ਗੱਲ ਕਰਨ ਦੀ ਅਹਲੀਅਤ ਉਹਨਾਂ ਦੇ ਵਿੱਚ ਹੋਏ, ਕਿਸੇ ਵੀ ਮਜ਼ਹਬ ਦਾ ਕੋਈ ਗੱਲ ਕਰੇ ਤੇ ਉਹ ਜਨਾਬ ਉਹਨੂੰ ਮੂੰਹ ਤੋੜ ਜਵਾਬ ਦੇਣ। ਅਗਰ ਇਸਲਾਮ ਦੇ ਉੱਤੇ ਕੋਈ ਇਤਰਾਜ਼ ਕਰੇ ਤੇ ਉਹਨਾਂ ਦੇ ਅਕਲੀ ਤੇ ਨਕਲੀ ਦਲਾਇਲ ਉਹਨਾਂ ਦੇ ਕੋਲ ਹੋਣ। ਤੇ ਜਿਹਦੇ ਵਿੱਚ ਇਨਸ਼ਾ ਅੱਲਾਹ ਤਾਲਾ ਇੰਗਲਿਸ਼ ਦੇ ਉੱਤੇ ਖਸੂਸੀ ਫੋਕਸ ਕਰਾਂਗੇ ਅਸੀਂ, ਕਿ ਟੀਚਰ ਕੋ ਇੰਜ ਦੇ ਹਾਇਰ ਕਰਾਂਗੇ ਕਿ ਜਿਹੜੇ ਖੁਦ ਇੰਗਲਿਸ਼ ਦੇ ਵਿੱਚ ਮਾਹਿਰ ਹੋਣਗੇ। ਤੇ ਸਾਡੇ ਬੱਚੇ ਵੀ, ਮੈਂ ਇਸ ਚੀਜ਼ ਨੂੰ ਬੜਾ ਮਹਿਸੂਸ ਕੀਤਾ ਕਿ ਇੰਗਲਿਸ਼ ਹੁਣ ਚੂੰਕਿ ਵਰਲਡ ਵਾਈਡ ਲੈਂਗੁਏਜ ਹੈ, ਤੇ ਬੱਚਾ ਸਾਡਾ ਇੱਕ ਸਕਾਲਰ ਜਿਹੜਾ ਤਿਆਰ ਹੋਏ, ਉਹਦੇ 'ਚ ਇੰਨੀ ਕੁ ਐਬਿਲਿਟੀ ਹੋਏ ਕਿ ਉਹ ਫਿਲਬ ਦੀ ਇੰਗਲਿਸ਼ ਬੋਲ ਸਕੇ ਔਰ ਅਗਲੇ ਦੀ ਇੰਗਲਿਸ਼ ਨੂੰ ਸਮਝ ਸਕੇ। ਹਾਂ, ਤੇ ਬਹਰਹਾਲ ਕੋਈ ਇੰਜ ਦਾ ਇੱਕ ਪਲਾਨ ਤਰਤੀਬ ਦਿੱਤਾ ਹੈ, ਵੇਖੋ ਕੀ ਬਣਦਾ ਹੈ। ਕਮ ਅਜ਼ ਕਮ ਅਸੀਂ ਆਪਣੇ ਬਾਬਾ ਜੀ ਕੋਲ ਇੱਕ ਗੱਲ ਸੁਣੀ ਸੀ ਕਿ ਪੁੱਤਰ ਜੀ, ਬੰਦਾ ਵੱਡਾ ਨਹੀਂ ਹੁੰਦਾ, ਬੰਦਾ ਲੀਡਰ ਨਹੀਂ ਅਸਲ 'ਚ ਹੁੰਦਾ, ਉਹਨੂੰ ਵੱਡਾ ਉਹਦੀ ਨੀਅਤ ਤੇ ਉਹਦੀ ਸੋਚ ਕਰਦੀ ਹੈ। ਹਾਂ, ਸੋਚ ਵੱਡੀ ਰੱਖੋ, ਹੋਣਾ ਨਾ ਹੋਣਾ ਉਹ ਛੱਡ ਦਿਓ, ਮੁਕੱਦਰ ਤੇ ਛੱਡ ਦਿਓ। ਇੰਨਮਲ ਆਮਾਲੂ ਬਿੰਨੀਆਤ व इन्नमा लिकुल्लि इम्रिइन मा नवा फमन कानत हिजरतुहु इलल्लाहि व रसूलिही फहिजरतुहु इलल्लाहि व रसूलिही औ इम्राअतिन यनकिहुहा अविद दुनिया युसीबुहा फहिजरतुहु इला मा हाजर इलैहि औ कमा क़ाल अलैहिस्सलाम। हजूर ने फरमाया, अमाल का दारोमदार नीयतों के ऊपर है, बस हर शख्स को वो ही मिलता है जिसकी वो नीयत करता है। अगर उसने हिजरत की है अल्लाह और रसूल के लिए, तो बस उसकी हिजरत फिर अल्लाह और रसूल के लिए ही होगी। और अगर उसने दुनिया को हासिल करने के लिए की है तो दुनिया उसको मिलेगी, फिर दुनिया के लिए उसकी हिजरत होगी। और अगर लड़की से निकाह करने के लिए हिजरत की तो लड़की से निकाह भी कर लेगा। बस हर शख्स की हिजरत उसी के लिए है जिसके लिए उसने नीयत की। नीयत अच्छी रखो, नहीं हुंदा छड्डो, नीयत अच्छी रखो। हाँ, यह है वे कि जिहड़ा डॉक्टर इकबाल रहमतुल्लाह अलैह ने फरमाया सी कि जिहादे जिंदगानी में यही है मर्दों की शमशीर। वो किहड़ियां शमशीरां ने जी? इह जिंदगी दे जिहाद दे विच यकीन ने मुहकम, अमले पैहम, मुहब्बत फाते आलम। कहंदा है जिहड़ा तू काम करे ते इन्ना कोई यकीन तेरा पुख्ता होना चाहिए, तू कर लेगा। मुबशर शाह, तू इदारा बनाना है, बना लेगा, टेंशन ना ले। यकीन ने मुहकम, अमले पहम, फिर मुसलसल ओदी लगा रहे, हौला हौली 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 लगा ही रहे, बस ओदे उत्ते मेहनत जारी रख। अमले पहम,
ਤੇ ਮੁਹੱਬਤ ਫਾਤੇ ਆਲਮ। ਉਸ ਕੰਮ ਨਾਲ ਤੈਨੂੰ ਮੁਹੱਬਤ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਉਸ ਕੰਮ ਨੂੰ ਹਾਸਲ ਕਰਨ ਵਾਸਤੇ ਅਗਰ ਪੂਰੀ ਦੁਨੀਆ ਨੂੰ ਵੀ ਫਤਹ ਕਰਨਾ ਪਏ ਤੇ ਕਰ ਦੇ, ਵੱਢ ਧਰ ਸਾਰੀ ਦੁਨੀਆ ਨੂੰ। ਯਕੀਨ ਨੇ ਮੁਹਕਮ ਅਮਲੇ ਪੈਹਮ ਮੁਹੱਬਤ ਫਾਤੇ ਆਲਮ ਜਿਹਾਦ ਜ਼ਿੰਦਗਾਨੀ में। ਇਹ ਜ਼ਿੰਦਗੀ ਇੱਕ ਜਹਾਦ ਹੈ ਸਾਡਾ ਕਿ ਇਹ ਨੇ 3 ਤਲਵਾਰਾਂ। ਜੇ ਤੁਸੀਂ ਕਿਸੇ ਕੰਮ ਨੂੰ ਹਾਸਲ ਕਰਨਾ ਚਾਹੁੰਦੇ ਹੋ ਇਹਨਾਂ 3 ਤੇ ਅਮਲ ਕਰ ਲਓ, ਉਹ ਚੀਜ਼ ਤੁਹਾਨੂੰ ਮਿਲ ਜਾਏਗੀ ਬਸ। ਤੇ ਇਹਨਾਂ ਚੀਜ਼ਾਂ ਤੋਂ ਤੇ ਲੱਗੇ ਹੋਏ ਆ ਨਾ। ਖਤਮੇ ਨਬੂਵਤ ਦਾ ਵੀ ਕੰਮ ਸਮਝ ਲਓ, ਯਕੀਨ ਮੰਨੋ ਇਹਨਾਂ 3 ਚੀਜ਼ਾਂ ਦੇ ਉੱਤੇ ਅਮਲ ਕੀਤਾ ਹੈ। ਔਰ ਮੁਬਸ਼ਰ ਸ਼ਾਹ ਜੈਸਾ ਆਜਜ਼ ਉਹ ਬੰਦਾ ਕਿ ਜਿਹਦੀ ਛੇੜ ਬਣੀ ਹੋਈ ਸੀ ਘਰ ਦੇ ਵਿੱਚ ਕਿ ਇਹਨੂੰ ਕਿਸੇ ਕੰਮ 'ਚ ਇਸਤਕਾਮਤ ਨਹੀਂ ਹੈ। ਮੇਰੇ ਅੰਮੀ ਮੈਨੂੰ ਕਹਿੰਦੇ ਹੁੰਦੇ ਸਨ, ਮੈਂ ਛੋਟਾ ਜਿਹਾ ਹੁੰਦਾ ਸਾਂ, ਕਹਿੰਦੇ ਇਹਨੂੰ ਕਿਸੇ ਕੰਮ 'ਚ ਇਸਤਕਾਮਤ ਨਹੀਂ ਹੈ। ਯਕੀਨ ਮੰਨੋ ਬਾਅਦ 'ਚ ਉਹ ਹੀ ਮੇਰੇ ਵਾਲਦੈਨ, ਮੇਰੇ ਭੈਣ ਭਰਾ, ਮੇਰੇ ਯਾਰ ਬੇਲੀ, ਮੇਰੇ ਦੋਸਤ ਇਹ ਕਹਿਣ ਲੱਗ ਪਏ ਕਿ ਯਾਰ ਇਹਨੂੰ ਬੜੀ ਇਸਤਕਾਮਤ ਮਿਲੀ ਹੈ ਖਤਮੇ ਨਬੂਵਤ ਦੇ ਕੰਮ 'ਚ, ਬੜੀ ਇਸਤਕਾਮਤ ਲੱਭੀ ਸੂ। ਇੰਝ ਹੋਣਾ ਚਾਹੀਦਾ, ਮੁਸਲਸਲ ਫਿਰ ਕਰਨਾ। ਇਹ ਨਹੀਂ ਕਿ 4 ਦਿਨ ਤੇ ਬੜੇ ਐਕਟਿਵ ਰਹੇ ਤੇ ਬੜਾ ਜੋਸ਼ ਤੇ ਖਰੋਸ਼, ਬਾਅਦ 'ਚ ਫਿਰ ਸੌਂ ਗਏ ਤੇ ਹਿੰਮਤ ਹਾਰ ਗਏ, ਥੱਕ ਗਏ। ਨਹੀਂ ਇੰਝ ਨਹੀਂ ਬਾਈ, ਫਿਰ ਲੱਗੇ ਰਹੋ, ਫਿਰ ਵੇਖੀ ਜਾਏਗੀ। ਫਿਰ ਤੇ ਆਪਣੀ ਜ਼ਿੰਦਗੀ ਨੂੰ ਵਕਫ ਕਰ ਦਿਓ ਖਤਮੇ ਨਬੂਵਤ ਵਾਸਤੇ, ਆਪਣੀਆਂ ਜਾਨਾਂ ਨੂੰ ਵਕਫ ਕਰ ਦਿਓ। ਆਪਣਾ ਇੱਕ ਬੱਚਾ ਆਪਣੀ ਪੂਰੀ ਫੈਮਿਲੀ ਦੇ ਵਿੱਚੋਂ ਇਹ ਆਜਜ਼ ਨੂੰ ਦਿਓ। ਇਨਸ਼ਾਅੱਲਾ ਉਹਨੂੰ ਨਿਖਾਰਾਂਗੇ ਅਸੀਂ, ਯਕੀਨ ਮੰਨੋ ਨਿਖਾਰਾਂਗੇ। ਇੱਕ ਬੱਚਾ ਆਪਣਾ ਦੇਣਾ ਹੈ ਤੁਸਾਂ, ਉਹ ਲੜਕੀ ਹੋਏ ਜਾਂ ਲੜਕਾ ਹੋਏ, ਉਹ ਜਾਮਿਆ ਖਤਮੇ ਨਬੂਵਤ ਵਾਸਤੇ ਇਨਸ਼ਾਅੱਲਾ ਉਹਨੂੰ ਬਣਾਵਾਂਗੇ ਅਸੀਂ। ਤੇ ਮੇਰੇ ਤੇ ਯਕੀਨ ਰੱਖ ਕੇ ਔਰ ਪੂਰੇ ਇਤਮਾਦ ਰਿਹਾ ਜੇ ਤੇ ਸਬਰ ਕਰਿਆ ਜੇ ਕੋਈ 10 ਕੁ ਸਾਲ, ਉਹਨੂੰ ਹੀਰਾ ਬਣਾ ਕੇ ਕੱਢਾਂਗੇ ਇਨਸ਼ਾਅੱਲਾ। ਇਨਸ਼ਾਅੱਲਾ ਜੀ। ਸ਼ਾਹਿਦ ਭਾਈ ਹੁਣ ਗੱਲ ਕਰ ਸਕਦੇ ਹੋ ਜੀ। ਮੁਫਤੀ ਸਾਹਿਬ ਮਾਸ਼ਾਅੱਲਾ ਬੜੀ ਥੈਂਕ ਯੂ ਸੋ ਮਚ ਕਿ ਤੁਸੀਂ ਅਵੇਅਰਨੈਸ ਵੀ ਦੇ ਛੜੀ ਹੈ। ਮੈਨੂੰ ਪਤਾ ਸੀ ਮੁਫਤੀ ਸਾਹਿਬ, ਲੇਕਿਨ ਪਤਾ ਕੀ ਹੈ ਤੇ ਕੁਛ ਲੋਕੀ ਜਿਹੜੇ ਨੇ ਉਹ YouTube ਚੈਨਲ ਨਹੀਂ ਦੇਖਦੇ ਤੇ ਐਸੇ ਮਾਰੇ ਐਸੇ ਵਜ੍ਹਾ ਤੋਂ ਮੈਂ ਗੱਲ ਸ਼ੁਰੂ ਕੀਤੀ ਸੀ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ, ਜਿਸ ਅਹਿਬਾਬ ਨੂੰ ਨਹੀਂ ਪਤਾ, ਉਹ ਵੀ ਇਸ ਚੀਜ਼ ਦਾ ਨੋਟਿਸ ਲੈਣ। ਤੇ ਜਿਨ੍ਹਾਂ ਨੇ ਮੁਫਤੀ ਸਾਹਿਬ ਨਾਲ ਕੰਟੈਕਟ ਕਰਨਾ ਹੈ ਉਸ YouTube ਦੇ ਪਿੱਛੇ ਜਿਹੜਾ ਉਹਨੂੰ ਕੀ ਕਹਿੰਦੇ ਨੇ ਇਸ਼ਤਿਹਾਰ ਚੱਲਦਾ, ਉਹਦੇ ਤੇ ਸਾਰੀ ਪੂਰੀ ਇਹ WhatsApp ਨੰਬਰ ਨੋਟ ਕਰਾ ਦਈਏ ਨਾ ਜੀ। ਇਹਨਾਂ ਨੇ ਕਿੱਥੇ ਆਪੇ ਜਾਂਦੇ ਹੋ, ਇਹਨਾਂ ਨੇ YouTube ਨਹੀਂ ਸੁਣਦੇ ਤੇ WhatsApp ਨੰਬਰ ਨੋਟ ਕਰ ਲਓ ਬਾਈ, ਆਜਜ਼ ਦਾ ਪਰਸਨਲ WhatsApp ਨੰਬਰ ਮੈਂ ਬੋਲਣ ਲੱਗਾ ਬਾਈ 0324 744 8814। ਠੀਕ ਹੋਗਾ। 0324 744 8814। ਤੇ ਯਾਦ ਰੱਖਿਓ ਬਾਈ ਸਾਰੇ, ਇਹ ਪੈਗਾਮ ਮੇਰਾ ਜਿੱਥੇ ਜਾਏ, ਅਗਰ ਇਸ ਵੀਡੀਓ ਨੂੰ 250 ਮੁਸਲਮਾਨ ਐਸਾ ਸੁਣ ਲਵੇ ਕਿ ਜਿਹਦੇ ਵਿੱਚ 1 ਲੱਖ ਰੁਪਇਆ ਦੇਣ ਦੀ ਸਲਾਹੀਅਤ ਹੋਵੇ ਤੇ ਅਸੀਂ ਯਕੀਨ ਜਾਨੋ ਅਗਲੇ ਦਿਨ 2.5 ਕਰੋੜ ਰੁਪਏ ਦੀ ਇਹ ਜਗ੍ਹਾ ਜਾਮਿਆ ਖਤਮੇ ਨਬੂਵਤ ਵਾਸਤੇ ਜਿਹੜੀ ਅਸੀਂ ਤਾੜੀ ਹੋਈ ਹੈ ਤੇ ਅਸੀਂ ਅਗਲੇ ਦਿਨ ਉਹ ਜਗ੍ਹਾ ਲੈ ਸਕਨੇ ਹਾਂ। ਇਹ ਕੱਲ ਹੀ ਯਕੀਨ ਜਾਨੋ ਉਹਦਾ ਜਿਹੜਾ ਵੇ ਸਟੇਟ ਏਜੰਸੀ ਵਾਲਾ ਕੋਲ ਲੈ ਰਹੇ ਆ ਤੇ ਉਹਦੇ ਨਾਲ ਇਹੋ ਹੀ ਗੱਲ, ਉਹ ਆਂਦਾ ਭਾਈ ਹੁਣ ਉਹ ਬੰਦਾ ਪਿੱਛੇ ਪੈ ਗਿਆ, ਉਹਨੂੰ ਪੈਸੇ ਦਿਓ, ਕਮ ਸੇ ਕਮ ਅੱਧੇ ਕੁ ਤੇ ਦਿਓ, ਫਿਰ ਅਗਲੀਆਂ ਤੁਹਾਡੀਆਂ ਮੈਂ ਕਿਸ਼ਤਾਂ ਕਰਾ ਦਿੰਦਾ। ਉਹ ਮੈਂ ਕਿਹਾ ਯਾਰ ਕਰਨੇ ਆ ਇਨਸ਼ਾਅੱਲਾ। ਹਾਂਜੀ। ਤੇ ਆ ਜਾ ਕੇ ਮੇਰੇ ਕੋਲ ਜਿਹੜਾ ਵੇ ਕੋਈ 10.5 ਲੱਖ ਰੁਪਈਆ ਉਹਦੀ ਮਦ ਦੇ ਵਿੱਚ ਯਾਨੀ ਜ਼ਮੀਨ ਦੀ ਮਦ ਵਿੱਚ ਇਕੱਠਾ ਹੋਇਆ ਹੈ। ਬਕਾਇਆ ਹੋਰ ਦੀਗਰ ਸਾਡੇ ਕਈ ਪ੍ਰੋਜੈਕਟ ਨੇ, ਉਹਨਾਂ ਤੋਂ ਹਟ ਕੇ ਮੈਂ ਸਿਰਫ ਜ਼ਮੀਨ ਦੀ ਜਿਹੜੀ ਜਾਮਿਆ ਖਤਮੇ ਨਬੂਵਤ ਦੀ ਜ਼ਮੀਨ ਦੀ ਕਹਿ ਰਹੇ, ਉਹ ਮੇਰੇ ਕੋਲ ਇੰਨਾ ਕੁ ਇਕੱਠਾ ਹੋਇਆ ਹੈ। ਹਾਂਜੀ।
ਤੇ ਭਾਈ ਜੀ ਇਹ ਜਗ੍ਹਾ ਲੈਣੀ ਹੈ ਯਾਰ। ਇਨਸ਼ਾਅੱਲਾ ਮੁਫਤੀ ਸਾਹਿਬ ਹੁਣ ਇਹ ਜਿਹੜਾ ਸਿਸਟਮ ਹੈ ਨਾ, ਇਹ ਅੱਜ ਤੁਹਾਡੇ ਨਾਲ ਹੈ, ਤੇ ਜਿੱਥੇ ਕਹੋਗੇ ਤੁਸੀਂ ਪੈਰ ਰੱਖੀ, ਤੇ ਇਨਸ਼ਾਅੱਲਾ ਤਾਲਾ ਇਹ ਕੁਛ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਪਤਾ, ਤੇ ਅਵੇਅਰਨੈਸ ਦੇਣ ਵਾਸਤੇ ਨਾ ਮੁਫਤੀ ਸਾਹਿਬ ਇਨਸ਼ਾਅੱਲਾ ਤਾਲਾ ਗਾਏ ਬਗਾਏ ਇਸ ਮੌਜੂਦ ਦੇ ਉੱਤੇ ਗੱਲ ਬਾਬਾ ਜੀ ਸ਼ਾਇਦ ਭਾਈ ਚਲੋ ਅਸੀਂ ਤੇ ਤੁਸੀਂ ਵੀ ਮਰ ਜਾਣਾ ਤੇ ਅਸੀਂ ਵੀ ਮਰ ਜਾਣਾ, ਅੱਲਾ ਦੀ ਕਸਮ ਮੈਂ ਸੱਚੀ ਕਹਿੰਦਾ ਜੇ ਪਿਆ, ਸਾਡੀਆਂ ਰੂਹਾਂ ਖੁਸ਼ ਹੋਣਗੀਆਂ, ਕਿਉਂਕਿ ਇਹਦੇ ਨਤਾਇਜ ਅਗਲੀ ਨਿਸਫ ਸਦੀ ਤੋਂ ਬਾਅਦ ਬਰਾਮਦ ਹੋਣੇ ਨੇ। ਹਾਂ ਅਸੀਂ ਤੇ ਕਬਰਾਂ 'ਚ ਹੋਣਾ, ਇਹਦੇ ਨਤਾਇਜ ਬਾਅਦ 'ਚ ਬਰਾਮਦ ਹੋਣੇ ਨੇ, ਇਹ ਵੱਡਾ ਪਲਾਨ ਹੈ। ਬੇਸ਼ੱਕ ਹਾਂਜੀ ਅਸੀਂ ਸਿਰਫ ਪੌਦਾ ਲਾਉਣ ਵਾਲਿਆਂ ਦੇ ਵਿੱਚੋਂ ਜਾਂ ਬੀਜ ਬੋਣ ਵਾਲੇ ਲੋਕਾਂ ਦੇ ਵਿੱਚੋਂ ਸ਼ਾਮਿਲ ਹੋਵਾਂਗੇ, ਇਹਦੇ ਨਤਾਇਜ ਜਿਹੜੇ ਬਰਾਮਦ ਹੋਣ ਉਹ ਅੱਗੇ ਦੇ ਨੇ। ਅਗਲਾ ਦੌਰ ਬੜਾ ਸਖਤ ਹੈ, ਤੇ तमाम मुसलमाना अगे मेरी हंबल रिक्वेस्ट है भाई, तवज्जो दियो भाई, तवज्जो दियो। सही ते यकीन रखो इस चीज से कि मुफ्ती मुबशर शाह जेड़ा इदारा बनाएगा इंशाल्लाह वो कल तो नजर आएगा इंशाल्लाह, कोई 2 4 5 साल बाद तो फिर तुसी साडे को पुछया जे हाँ की कीता जे, ते फिर तुहानू आपे ही नजर आएगा इंशाल्लाह। ते जगह लैनी है शाहिद भाई असल च ना मसला है बकाया तमीरात बड़ी आसान हो जाएगी, क्योंकि अरफान भाई ये अपने ही ने कि फेक आईडी है। हेलो हेलो जी, अस्सलाम वालेकुम मुफ्ती साहब, ये मैं तरा करने से बढ़ाई हुई है कदियानिया दी। अच्छा ठीक हो गया। अच्छा माइक जरा यार नवीस साहब माइक। मुफ्ती साहब पहले भी आए ने तो मैं इरफान बरल साहब ਨੂੰ ਫੋਨ ਮਾਰ ਦਿੱਤਾ। अच्छा गल सुनो, मैं क्या जगह लैनी होई सिर्फ मुश्किल है, ते बकाया जिहड़ी तमीरातां हुंदियां ने ना किसी मस्जिद दी या मदरसे दी वो बड़ी आसान हुंदी है, क्योंकि काम हो रहा हुंदा ना, ते किसी ने बजरी लै दी, किसी ने सीमेंट लै दित्ता, किसी ने इट्टां लै दित्तियां, किसी ने वो फिर इंज ना इंज जुड़दा ही जांदा है काम। असल काम है सिर्फ थल्ले बेस मिल जाए ना ते अग्गों काम बड़ा आसान, वो मैं चक देने ने फट्टे इंशाअल्लाह। वो 1 साल दे विच इंशाअल्लाह बड़ी उम्मीद मैं इमारत खड़ी कर देनी है इंशाअल्लाह अल्लाह दे हुक्म नाल, वो फिर मैं लगा ही रहना है। हाँ जी, लेकिन ऐ वे क्या सिर्फ टुरना ही है, थोड़ा जिहा मुश्किल जिहा होया है, ते बस वेखो। ते वादे साडे भाई बड़े करदे ने, ते आंदे भी ने कि टुरांगे नाल ते ये कर देंगे वो कर देंगे, वो बाद कुछ भी नहीं है ना, वो सिर्फ एक ऐलान दी हद तक रहिंदा है। ते ऐलान मैं बड़े अपनी जिंदगी च सुने ने ना, बड़े बड़े सुने ने ऐलान, ते बड़े बड़े नामिनेट ऐलानात सुने ने। हाँ जी, लेकिन कुछ भी नहीं होता है, बस पता क्या बात है, देखें अगर मुझे नहीं पता था पहले कि आप ये प्रोजेक्ट कर रहे हैं, ठीक है, अभी आपके मुंह से सुना है, और इंशाल्लाह ताला मैं आपको पता है कि मैं जो बात करता हूँ उस पर कायम रहता हूँ, ठीक है। तो हस्बे ज़ायका हस्बे तौफीक जो मुझसे हो सकेगा मैं इंशाल्लाह आई एम इनटू इट, ओके, इंशाल्लाह ताला। बस आप दुआओं में याद रखिएगा। और अच्छा एक और रिकॉर्डिंग चूंकि हो रही है, तो भाई किसी नू कोई इजाजत नहीं कि कोई जामिया खत्म नबूवत दे नाम दा या मुफ्ती मुबशर शाह दा नाम लैके डोनेशन इकट्ठी करे। बिल्कुल साडी तरफों मेरा कोई नुमाइंदा नहीं, कोई साडा इदारा नहीं, तो कोई दफ्तर नहीं, कोई ब्रांच नहीं, ते कोई साडा नायब नहीं, ते कोई खलीफा नहीं, याद रखना भाई हमेशा वास्ते। चूंकि रिकॉर्डिंग हो के यूट्यूब ते रहनी है, ते बाद चो ना होवे कि मामलात क्रिएट हो जाने। हर चीज़ मैं अपने हथ च रखिया है करसे दा, क्योंकि मामलात बाद चो क्रिएट होंदे ने। इस तो बेहतर है कि जो भी करता धरता हुआ मैं ही होवां, और जवाब दे चूंकि मैं ही होवां कल्लम कल्ला, ये साडा कोई नुमाइंदा नहीं, कोई नहीं है, याद रखिया जो भाई। हाँ इस तो पहले भी मुफ्ती साहब साडे ना एक छोटी जी मीटिंग हुई सी तुहाडे बारे दे विच ना, ਤੇ ਉੱਥੇ ਵੀ ਬੜੀਆਂ ਗੱਲਾਂ ਹੋਈਆਂ ਸਨ, ਤੇ ਮੈਂ ਕਿਹਾ ਸੀ ਦੇਖੋ ਮੇਰਾ ਇੱਕ ਇਹੀ ਰਾਏ ਵੇ ਕਿ ਮੁਫਤੀ ਸਾਹਿਬ ਇਹ ਕੰਮ 'ਤੇ ਕਰਦੇ ਨੇ, ਠੀਕ ਹੈ, ਤੇ ਹਰ ਬੰਦੇ ਨੇ ਜਿਹਨੇ ਵੀ ਪਾਰਟਿਸਿਪੇਟ ਕਰਨਾ ਉਹਨਾਂ ਦਾ ਡਾਇਰੈਕਟ ਕੰਟੈਕਟ ਮੁਫਤੀ ਸਾਹਿਬ ਨਾਲ ਹੋਏ,
ਸਾਡਾ ਕੋਈ ਤਲਕ ਨਹੀਂ ਹੈ ਕਿਸੇ ਚੀਜ਼ ਨਾਲ, ਠੀਕ ਹੈ। ਹਾਂ ਸਾਡਾ ਇਹ ਤਲਕ ਹੈ ਵੇ ਕਿ ਲੋਕਾਂ ਨੂੰ ਅਵੇਅਰਨੈਸ ਦੇ ਸਕਨੇ ਆ। ਜਿੰਝ ਹੁਣ ਤੁਸੀਂ ਆਪਣਾ ਨੰਬਰ ਨੋਟ ਕਰਵਾ ਦਿੱਤਾ ਵੇ, ਠੀਕ ਹੈ। ਮੇਰੇ ਜਿੰਨੇ ਵੀ ਤਲਕ ਵਾਲੇ ਬੰਦੇ ਨੇ, ਮੈਂ ਉਹਨਾਂ ਨੂੰ ਆਪ ਤੁਹਾਡੇ ਪ੍ਰੋਜੈਕਟ ਦੇ ਬਾਰੇ 'ਚ ਦੱਸਣਾ ਵਾ, ਅਤੇ ਉਹਦੇ ਤੋਂ ਬਾਅਦ ਤੁਹਾਡਾ ਨੰਬਰ ਦੇਣਾ ਵਾ ਕਿ ਇਹ ਮੁਫਤੀ ਸਾਹਿਬ ਦਾ ਨੰਬਰ ਜੇ, ਤੁਸੀਂ ਉਹਦਾ ਨੰਬਰ ਜੇ ਤਾਂ ਤੁਹਾਡਾ ਦਿਲ ਮੁਤਮਿਨ ਹੈ, ਤੁਸੀਂ ਇਸ ਚੀਜ਼ 'ਚ ਇੰਟਰਸਟ ਲੈਣਾ ਚਾਹੁੰਦੇ ਹੋ, ਠੀਕ ਹੈ, ਅਤੇ ਇਸ ਚੀਜ਼ ਦੇ ਉੱਤੇ ਪ੍ਰੋਜੈਕਟ 'ਤੇ ਕੰਮ ਕਰਦੇ ਨੇ, ਅਤੇ ਜੇ ਤੁਸੀਂ ਕਰਨਾ ਤਾਂ ਇਹ ਇਹਨਾਂ ਦਾ ਕਾਂਟੈਕਟ ਨੰਬਰ ਜੇ, ਤੁਸੀਂ ਉਹਨਾਂ ਨਾਲ ਡਾਇਰੈਕਟ ਕਾਂਟੈਕਟ ਕਰੋ। ਤੁਸੀਂ ਮੇਰੇ 'ਤੇ ਟਰਸਟ ਨਹੀਂ ਕਰਨਾ, ਬਲਕਿ ਕਿਸੇ 'ਤੇ ਵੀ ਟਰਸਟ ਨਹੀਂ ਕਰਨਾ। ਮੇਰੀ ਇੱਕ ਆਦਤ ਹੈ ਕਿ ਮੈਂ ਕਦੀ ਵੀ ਬਸ ਯਾਰ ਇੱਕ ਹੰਬਲ ਜਿਹੀ ਰਿਕੁਐਸਟ ਹੈ, ਮੋਦੇਬਾਨਾ ਗੁਜ਼ਾਰਿਸ਼ ਹੈ ਦੋਸਤਾਂ ਅੱਗੇ ਕਿ ਯਾਰ ਇੱਕ ਵਾਰੀ ਮਿਲ ਕੇ ਧੱਕਾ ਲਾਓ ਨਾ ਤੇ ਅਸੀਂ ਇਹ ਜਗ੍ਹਾ ਲੈ ਸਕਨੇ ਆ ਬਾਈ। ਸਿਰਫ ਜਗ੍ਹਾ ਲੈ ਕੇ ਦੇ ਦਿਓ, ਅੱਗੋਂ ਯਕੀਨ ਮੰਨਿਓ ਬਣਨਾ ਕੋਈ ਮੁਸ਼ਕਲ ਹੀ ਨਹੀਂ। ਮੈਨੂੰ ਪਤਾ ਹੈ ਨਾ, ਕੋਈ ਮੁਸ਼ਕਲ ਨਹੀਂ ਬਣਨਾ, ਕੋਈ ਮੁਸ਼ਕਲ ਨਹੀਂ। ਸਿਰਫ ਥੋੜਾ ਜਿਹਾ ਇੱਕ ਧੱਕਾ ਲਾ ਕੇ ਨਾ ਇੱਕ ਵਾਰੀ ਤੇ ਜਗ੍ਹਾ ਤੇ ਲਈਏ ਯਾਰ। ਹਾਂਜੀ, ਤੇ ਨਾਲੇ ਉਹ ਦੋਸਤ ਕੇ ਜਿਹੜੇ ਮੈਨੂੰ ਇਹ ਕਹਿੰਦੇ ਨੇ ਸ਼ਾਹ ਜੀ ਫਲਾਂ ਜਗ੍ਹਾ ਤੇ ਇਹ ਆ ਜਾਓ, ਤੇ ਸਿਆਲਕੋਟ ਆ ਜਾਓ, ਤੇ ਇਸਲਾਮਾਬਾਦ ਆ ਜਾਓ, ਤੇ ਬੜੀ ਜਗ੍ਹਾ ਪੂਰੇ ਪਾਕਿਸਤਾਨ 'ਚ ਮੈਨੂੰ ਲੱਭੀ ਏ, 5-5 ਕਨਾਲ ਤੇ 10-10 ਕਨਾਲ ਤੇ ਉਹ ਏਕੜ ਪਤਾ ਨਹੀਂ 4 ਏਕੜ ਤੇ ਘੇਰ ਲਓ ਸ਼ਾਹ ਜੀ, ਜਿੰਨੀ ਮਰਜ਼ੀ ਘੇਰ ਲਓ। ਉਹ ਬਾਈ ਨਹੀਂ, ਤੁਸੀਂ ਇੰਝ ਕਰ ਲਓ ਕਿ ਉਹ ਸਾਰੀ ਵੇਚ ਕੇ ਨਾ ਤੇ ਸਾਨੂੰ ਪੈਸੇ ਭੇਜ ਦਿਓ ਬਾਈ, ਮਿਹਰਬਾਨੀ ਕਰੋ। ਇਹ ਵੀ ਮੇਰਾ ਪੈਗਾਮ ਵਿੱਚ ਐਡ ਕਰ ਲਓ ਕਿ ਜਿਹੜੇ ਸਾਨੂੰ ਆਂਦੇ ਨੇ, ਜਿਹੜੇ ਆਂਦੇ ਨੇ ਜਗ੍ਹਾ ਦੇਣੀ ਹੈ ਤੇ ਉਹ ਭਾਈ ਉਹ ਵੇਚ ਕੇ ਤੇ ਸਾਨੂੰ ਇਦਾਰੇ ਦੇ ਵਿੱਚ ਉਹ ਜਮ੍ਹਾਂ ਕਰਾ ਦਿਓ, ਮਿਹਰਬਾਨੀ ਕਰੋ। ਸੁਭਾਨ ਅੱਲਾਹ। ਕਿਉਂਕਿ ਉਹ ਮੈਸੇਜ ਸ਼ਾਇਦ ਭਾਈ ਫਿਰ ਪੂਰਾ ਜਾਏ ਨਾ ਜੀ, ਰਿਕਾਰਡਿੰਗ ਹੋ ਰਹੀ ਹੈ ਨਾ ਜੀ, ਉਹ ਸੁਣਨ ਤੇ ਕੋਈ ਖਲਾ ਨਹੀਂ ਰਹਿਣਾ ਚਾਹੀਦਾ। ਇਹਨੂੰ ਕੀ ਤਕਲੀਫ ਹੈ? ਇਹਨੂੰ ਉੱਤੇ ਕਾਲ ਦੇ ਉੱਤੇ ਲਿਲੀ ਨਾ ਲਈ ਹੈ। ਕਿੰਨੇ ਕੌਣ ਹੈ? ਸਜਾਵਲ ਹੁਸੈਨ ਸਾਹਿਬ ਨੇ, ਬੜੀ ਦੇਰ ਦੇ ਵਿੱਚ ਥੱਲੇ ਕਮੈਂਟਸ ਕਰਦੇ ਨੇ। ਹਾਂਜੀ, ਸੱਦੋ ਲੋ ਜੀ, ਸੱਦ ਲੋ। ਆਓ ਜੀ, ਸਾਡੀ ਕੀ ਤਕਲੀਫ ਹੈ ਤੁਹਾਨੂੰ? ਜੇ ਤੁਸੀਂ ਸੁਣ ਨਹੀਂ ਸਕਦੇ ਤੇ ਤੁਹਾਨੂੰ ਇੱਥੇ ਮਜਬੂਰੀ ਕਿਸੇ ਨੇ ਬਿਠਾਇਆ ਦਾ ਵੀ ਨਹੀਂ ਹੈ, ਠੀਕ ਹੈ। ਆ ਜਾਓ, ਜਾ ਕੇ ਕੰਮ ਕਰੋ ਆਪਣਾ। ਕਰਨ ਦੇ ਥੱਲੇ ਉੱਤੇ ਆ ਕੇ ਹੁਣ ਕਰ ਲਓ ਜੋ ਗੱਲ ਕਰਨੀ ਹੈ। ਆ ਜਾਓ, ਮੈਂ ਤੁਹਾਨੂੰ ਕਾਲ ਪਾਈਏ। ਹੱਦ ਹੁੰਦੀ ਹੈ ਯਾਰ, ਕੋਈ ਇੱਕ ਬੰਦਾ ਗੱਲ ਪਿਆ ਕਰਦਾ ਕਿ ਵੱਡੇ ਛੋਟੇ ਦੀ ਤਮੀਜ਼ ਸਿੱਖ ਦੀ ਹੈ ਤਾਂ ਮਰਿਆ, ਫਿਰ ਗੱਲ ਕਰੀ ਨਹੀਂ ਹੈ। ਤੁਹਾਨੂੰ ਕੋਈ ਬਹੁਤੀ ਕਾਹਲੀ ਆਈ ਦੀ ਤੇ ਨਾਲ ਦੇ ਬਰਾਡ, ਅਗਰ 2 ਬਰਾਡਾਂ ਪਿਛਲੀਆਂ ਤੇ ਟੁੱਟ ਜਾਓ, 2 ਬਰਾਡਾਂ ਅਗਲੀਆਂ ਤੇ ਟੁੱਟ ਜਾਓ, ਕਿੱਥੇ ਮਰ ਜਾਓ ਜਾ ਕੇ, ਸਾਡੇ ਪੇਸ਼ ਕਿਉਂ ਪੈ ਗਏ ਹੋ? ਓਏ ਯਾਰ ਸ਼ਾਇਦ ਭਾਈ, ਓਏ ਚੰਨ ਮੇਰਾ ਸ਼ਾਇਦ ਜ਼ਬਰਦਸਤ। ਮੁਫਤੀ ਸਾਹਿਬ ਇਹਨਾਂ ਦੀ ਕੋਈ ਮਾਫੀ ਨਹੀਂ ਜੀ ਅੱਜ ਤੋਂ ਬਾਅਦ। ਸਹੀ ਆ ਭਾਈ, ਸਹੀ ਹੈ ਭਾਈ। ਥੋੜਾ ਜਿਹਾ ਘਿਓ ਸਿੱਧੀ ਉਂਗਲੀ ਨਾਲ ਨਿਕਲਿਆ ਫਿਰ ਟੇਢੀ ਕਰਨੀ ਪੈਂਦੀ ਭਾਈ। ਦੋ ਇਹ ਜਿਹੜੀ ਮੈਂ ਕਿਤਾਬ ਰੱਖੀ ਹੈ ਨਾ, ਮੇਰੇ ਖਿਆਲ ਦੇ ਨਾਲ ਆਈ ਥਿੰਕ ਤੁਹਾਡੇ ਚ ਨਹੀਂ ਪਏਗੀ ਯਾਰ। ਇਹ ਕਿਤਾਬ ਤੇ ਤੁਸੀਂ ਉਹ ਫਸਟ ਟਾਈਟਲ ਲਾਇਆ ਤੇ ਉਹ ਤਾਂ ਕੋਈ ਸਫਾ ਲਾਓ ਨਾ। ਸਫਾ ਮੁਫਤੀ ਸਾਹਿਬ ਤੁਹਾਨੂੰ ਪੇਸ਼ ਕਰਸਾਂ ਸੋਹਣੇ। ਉਹ ਗੱਲ ਹੈ ਵੇ ਕਿ ਉਹ ਫਿਰ ਲੋਕਾਂ ਨੂੰ ਕੋਈ ਇੱਕ ਮੈਸੇਜ ਤੇ ਸਹੀ ਜਿਹਾ ਪਹੁੰਚੇ ਨਾ। ਬੈਠੇ ਤੇ ਜੇ ਮਲਕ ਸਾਹਿਬ ਨੂੰ ਪਹਿਲੇ ਪੁੱਛੋ। ਮਲਕ ਸਾਹਿਬ, ਇਹ ਰਾਤ ਵਾਲੀ ਕਿਤਾਬ ਹੀ ਹੈ ਨਾ? जी बिल्कुल है, साहब अहमद है। ਤੇ ਦੇਖ ਲਓ ਫਿਰ, ਉਹ ਕਹਿੰਦੇ ਨੇ ਨਾ ਲੱਭਣ ਜਾਓ ਤੇ ਰੱਬ ਵੀ। ਅੱਛਾ ਮਲਕ, ਓਏ ਮਲਕ जी जी ਯਾਰ, ਮੈਨੂੰ ਪਤਾ ਹੈ ਤੇਰੇ ਮਜ਼ਾਜ ਦਾ ਵੀ ਤੇ ਮਾਮਲਾਤ ਦਾ ਵੀ, ਤੇ ਆਪਣੀ ਜਿੰਨੀ ਟੀਮ ਹੀ ਨਾ जी ਜਿੰਨੀ ਟੀਮ ਹੀ ਆ जी ਤੇ ਬਾਈ ਇਹ ਪਿੱਛੇ ਨਹੀਂ ਰਹਿਣੀ ਚਾਹੀਦੀ ਹੈ। ਤੈਨੂੰ ਮੈਂ ਦੱਸ ਦਿਆਂ, ਮੁਫਤੀ ਸਾਹਿਬ ਟੀਮ ਨਹੀਂ, ਮੇਰੇ ਸਾਰੇ ਭਰਾ ਨੇ। ਮੈਂ ਉਹੀ ਹੁੰਦੀ, ਟੀਮ ਹੀ ਹੁੰਦੀ ਹੈ, ਯਾਨੀ ਭਰਾ ਹੀ ਨੇ ਨਾ ਸਾਡੇ। ਕਿ ਅੱਗੇ ਪਿੱਛੇ ਤੇ ਜਨਾਬ ਗੱਲਾਂ ਕਰਨ ਦੇ ਗਾਲੜ, ਤੇ ਜਦੋਂ ਵਕਤ ਹੋਵੇ ਕੰਮ ਦਾ ਤੇ ਉਦੋਂ ਕੁਝ ਵੀ ਨਹੀਂ। ਇੰਝ ਨਹੀਂ ਭਾਈ, ਉਂਝ ਦੇ ਯਾਰ ਵੀ ਨਹੀਂ ਸਾਨੂੰ ਚਾਹੀਦੇ। ਨਹੀਂ, ਇੰਸ਼ਾਅੱਲਾ ਮੈਂ ਕਰਦਾ, ਇੰਸ਼ਾਅੱਲਾ। ਆ ਭਾਈ ਜੀ, ਇਹ ਕੰਮ ਕਰਨਾ ਭਾਈ, ਨੇੜੇ ਲਾਣਾ ਹੈ ਕੋਈ, ਇੰਸ਼ਾਅੱਲਾ। ਬਾਬਾ ਜੀ, ਇਹ ਮੈਂ ਹੰਬਲ ਰਿਕੁਐਸਟ ਕਰ ਰਿਹਾ। ਮੈਂ ਕਦੀ ਨਹੀਂ ਜ਼ੋਰ ਦਿੱਤੇ ਇੰਨੇ। ਇਹ ਮੈਂ ਇਦਾਰਾ ਬਣਾ ਕੇ ਰਹਿਣਾ ਇਨਸ਼ਾਅੱਲਾ, ਇਹ ਯਾਦ ਰੱਖਿਆ ਜੇ ਇਨਸ਼ਾਅੱਲਾ। ਤੇ ਬਹਰਹਾਲ ਰਮਜ਼ਾਨ ਦੇ ਆਖਰ ਤੇ ਮੈਂ ਉਹਨੂੰ ਕਿਹਾ, ਮੈਂ ਇਨਸ਼ਾਅੱਲਾ, ਮੈਂ ਕਿਹਾ ਅਸੀਂ ਕਰਨੇ ਆ ਇਨਸ਼ਾਅੱਲਾ ਤਾਲਾ। ਤੇ ਇਹ 3 ਮਹੀਨੇ ਤੇ ਅਸੀਂ ਕੰਪੇਨ ਭਰਪੂਰ ਚਲਾਣੀ ਹੈ। ਇਹ ਜਿੰਨੀਆਂ ਵੀ ਜ਼ਕਾਤਾਂ ਇਸ ਵਾਰ ਦੀਆਂ ਹੋਈਆਂ ਭਾਈ ਮੈਨੂੰ ਦੇਣੀਆਂ ਜੇ। ਇਹ ਸਾਰੇ ਸੁਣ ਲਓ, ਇਹ ਪਹਿਲੇ ਹੀ ਸੁਣ ਲਓ, ਸਾਰੇ ਬੰਦੇ ਸੁਣ ਲਓ।
ਕਿ ਜਿੰਨੀ ਜਿਹਦੀ ਜ਼ਕਾਤ ਨਿਕਲਦੀ ਏ, ਅਗਰ ਤੇ 1 ਲੱਖ ਰੁਪਏ ਤੋਂ ਥੱਲੇ ਨਿਕਲੇ ਤੇ ਬਕਾਇਆ ਪੈਸੇ ਵਿੱਚ ਆਪਣੀ ਜੇਬ ਚ ਪਾ ਕੇ ਲੱਖ ਰੁਪਇਆ ਪਹੁੰਚਾਓ, ਤੇ ਜੇ ਲੱਖ ਤੋਂ ਜ਼ਿਆਦਾ ਨਿਕਲੇ ਉਹ ਜਿੰਨੀ ਵੀ ਨਿਕਲੇ ਉਹ ਫਿਰ ਸਾਡੀ ਇਸ ਵਾਰ ਦੀ ਸਾਡੀ ਹੈ। ਇਹ ਗੱਲ ਜ਼ਿਹਨ ਚ ਰੱਖਿਆ ਜੇ ਬਾਈ। ਤੇ ਮਜ਼ੀਦ ਦੋਸਤਾਂ ਨੂੰ ਮੈਂ ਇਹ ਅਰਜ਼ ਕਰਾਂਗਾ ਕਿ ਹੋ ਸਕੇ ਅਗਰ ਜੇਬ ਇਜਾਜ਼ਤ ਦੇ ਤੇ ਕੋਈ 5-5 ਸਾਲ ਦੀ ਜਿਹੜੀ ਜ਼ਕਾਤ ਹੈ ਨਾ ਉਹ ਐਡਵਾਂਸ ਹੀ ਨੀਅਤ ਕਰ ਲੋਗੇ, ਅਦਾ ਹੋ ਜਾਏਗੀ, ਕੋਈ ਮਸਲਾ ਨਹੀਂ। ਤੇ ਉਹ ਤੁਸੀਂ ਜਿਹੜੀ ਹੈ ਨਾ ਉਹ ਸਾਨੂੰ ਪਹੁੰਚਾਓ ਬਾਈ, ਜ਼ਰੂਰਤ ਹੈ। ਅੱਛਾ ਮੁਫਤੀ ਸਾਹਿਬ ਇਸ ਮੇਰਾ ਇੱਕ ਸਵਾਲ ਸੀ ਮੁਫਤੀ ਸਾਹਿਬ ਜੀ। ਜੀ 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 ਮੈਂ ਤਾਂ ਕਹਿੰਦਾ ਇਸ ਪ੍ਰੋਜੈਕਟ ਤੇ ਮਰਜ਼ਈਆਂ ਨੂੰ ਤੇ ਅਸਤਸਨਾ ਅਸਲ ਹੈ ਨਾ ਹੀ ਸਾਨੂੰ ਰਾਮ ਦੇ ਪੈਸੇ ਚਾਹੀਦੇ ਨੇ। ਉਹ ਮੁਰਦਿਆਂ ਦੇ ਕਫਨ ਲਾਹਣ ਵਾਲੀ ਕੌਮ, ਉਹਨਾਂ ਨੇ ਦੇਣੇ ਨੇ ਤੇ ਅਸੀਂ ਲੈਣੇ ਨੇ। ਕਹਿੰਦੀ ਗੱਲ ਕਰਦੇ ਹੋ ਪਏ, ਉਹਨਾਂ ਨੇ ਦੇਣੇ ਨੇ ਤੇ ਅਸੀਂ ਲੈਣੇ ਨੇ, ਬੜੀ ਗੱਲ ਆ। ਤੇ ਉਹ ਜਿਹੜੇ ਫਕੀਰਾਂ ਵੰਗਰਾ ਖੁਦ ਉਹ ਮੁਰਦਿਆਂ ਦੇ ਕਫਨ ਤੱਕ ਪਾੜ ਲੈਣ ਤੇ ਉਹ ਜਾਣਦੇ ਹੋ। ਉਹ ਇਹਨਾਂ ਗਲੀਦਾਂ ਦਾ ਤੇ ਨਾਮ ਹੀ ਨਹੀਂ, ਇਹਨਾਂ ਦੀ ਤੇ ਮੰਜੀ ਠੋਕਣ ਵਾਸਤੇ ਇਦਾਰਾ ਹੈ ਅੱਲਾ ਦੇ ਹੁਕਮ ਨਾਲ। ਤੁਸੀਂ ਵੇਖੋ ਜੀ ਪੁੱਤਰ, ਅੱਜ ਤੋਂ 10 ਸਾਲ ਬਾਅਦ ਮਿਲਾਂਗੇ ਇਨਸ਼ਾਅੱਲਾ। ਜੀ ਮਲਕ ਮੁਫਤੀ ਸਾਹਿਬ ਮੇਰਾ ਇੱਕ ਸਵਾਲ ਹੈ ਸੀ, ਮੇਰੇ ਨਾਲ ਜ਼ਿਹਨ ਦਾ ਥੋੜਾ ਜਿਹਾ ਖਲਲ ਜ਼ਰਾ ਦੂਰ ਕਰ। ਜੀ 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 ਕਿਉਂਕਿ ਕੱਲ ਦੀ ਜਿਹੜਾ ਨਾ ਇਹ ਜਿੰਨ ਜਿਹੜਾ ਨਾ ਮਹਾਤੁਲ ਮੁਮਿਨੀਨ ਦੀ ਜਿਹੜਾ ਨਾ ਜੀ 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 ਜਿਹਦੇ ਵਿੱਚ ਹਜ਼ਰਤ ਮਾਇਸ਼ਾ ਸਿੱਦੀਕਾ ਰਜ਼ੀਅੱਲਾਹੁ ਤਆਲਾ ਅੰਹਾ ਆਉਂਦੇ ਨੇ ਜੀ। ਹਾਂ ਜੀ ਬਕਾਇਦਾ ਤੌਰ ਦੇ ਉੱਤੇ ਮੇਰੇ ਜਿਹੜੇ ਕੋਈ ਮੈਟਰ ਪੇ ਚੱਲਦੇ ਸੀ ਜਿਹੜੇ ਮੁਸਲਮਾਨਾਂ ਦੇ ਨਾਲ, ਠੀਕ ਹੈ ਜੀ। ਤੇ ਨਹੀਂ ਮੈਂ ਦੱਸ ਦਿੰਦਾ ਤੇਰੀਆਂ ਸਵਾਲਾਂ ਦੇ ਜਵਾਬ ਮੈਂ ਦੇ ਦਿੰਦਾ ਵਾਂ। ਸਬੂਈ ਨੂੰ ਲੈਣਾ ਹੈ, ਸਬੂਈ ਨੂੰ, ਮਿਰਜ਼ੇ ਮਸਰੂਰ ਦੀ ਬੁੱਢੀ ਨੂੰ, ਠੀਕ ਹੈ। ਤਸਵੀਰਾਂ ਤੁਹਾਨੂੰ ਮੈਂ ਪਹੁੰਚਾ ਦਿੰਦਾ ਵਾਂ, ਟੈਨਸ਼ਨ ਕੋਈ ਨਹੀਂ। ਤੇ ਇਹਨਾਂ ਦੀ ਐਸੀ ਦੀ ਤੈਸੀ ਫਿਰ ਇੰਜ ਹੀ ਟੁਰਨ, ਕੋਈ ਗੱਲ ਨਹੀਂ। ਆ 4 ਦਿਨ ਜਰਾ ਇਹਨਾਂ ਦੀ ਉਠਕ ਬੈਠਕ ਕਰਾਓ ਤੇ ਸੈੱਟ ਹੋ ਜਾਣਗੇ ਆਪੇ ਹੀ, ਅੱਗੋਂ ਤੋਂ ਗੁੱਸਾਖੀਆਂ ਕਰਨੀਆਂ ਬੰਦ ਹੋ ਜਾਣਗੇ। ਮੇਰੀ ਉਹ ਗੱਲ ਸੀ ਕਿ ਜਿਹੜੇ ਆਪਣੇ ਸਾਡੇ ਇਹ ਮੈਟਰ ਪੇ ਚੱਲਦੇ ਨੇ ਇਹਦਾ ਮੈਂ, ਕਿਉਂਕਿ ਮੈਂ ਖੁਦ ਜਿਹੜਾ ਸੀ ਨਾ ਮੈਂ ਪਹਿਲੇ ਇਹੀ ਕੰਮ ਕਰਨਾ ਮਿਰਜ਼ਈਆਂ ਲਈ, ਔਰ ਇਹਨਾਂ ਬੰਦਿਆਂ ਨੇ ਜਿਹੜੇ ਆਪਣੇ ਮੁਸਲਮਾਨ ਨੇ ਇਹਨਾਂ ਨੇ ਮੈਨੂੰ ਇਸ ਚੀਜ਼ ਤੋਂ ਹਟਾਇਆ ਸੀ। ਮੈਨੂੰ ਇਸ ਚੀਜ਼ ਦੀ ਜਿਹੜਾ ਨਾ ਹੁਣ ਜਿਹੜਾ ਸਮਝ ਨਹੀਂ ਪਿਆਉਂਦੀ ਹੈ, ਕਿਉਂਕਿ ਅਗਰ ਬੰਦਾ ਪਿੱਛੇ ਹਟਦਾ ਤੇ ਫਿਰ ਇਹ ਬੰਦੇ ਉਹ ਗੱਲ ਹੈ ਵੇ ਇੱਧਰ ਵੇਖੋ, ਪਤਾ ਕੀ ਜੇ ਭਾਈ ਜੀ, ਜਦੋਂ ਜੰਗ ਲੜੀ ਜਾਂਦੀ ਹੈ ਨਾ, ਜੰਗ ਦੇ ਵਿੱਚ ਮੁਖਤਲਿਫ ਕਿਸਮ ਦੇ ਸਿਪਾਹੀ ਹੁੰਦੇ ਨੇ, ਕੋਈ ਘੋੜ ਸਵਾਰ ਹੁੰਦੇ ਨੇ, ਕੋਈ ਪਿਆਦਾ ਹੁੰਦੇ ਨੇ, ਕੋਈ ਇਹ ਤੀਰ ਅੰਦਾਜ਼ ਹੁੰਦੇ ਨੇ, ਕੋਈ ਨੇਜ਼ਾ ਬਰਦਾਰ ਹੁੰਦੇ ਨੇ, ਕੋਈ ਤਲਵਾਰਬਾਜ਼ ਹੁੰਦੇ ਨੇ, ਕੋਈ ਕੁਮਕ ਪਹੁੰਚਾਉਣ ਵਾਲੇ ਹੁੰਦੇ ਨੇ ਪਿੱਛੋਂ। ਤੇ ਸਾਰੇ ਤੇ ਇੱਕੋ ਵਰਗੇ ਹੀ ਤੇ ਨਹੀਂ ਨਾ ਹੋ ਜਾਂਦੇ, ਹਰ ਇੱਕ ਦਾ ਮਜ਼ਾਜ ਅਲੱਗ, ਤਰੀਕਾਕਾਰ ਅਲੱਗ, ਉਹਦੇ ਸਟਾਈਲ ਅਲੱਗ, ਸਮਝ ਆਈ ਕਿ ਨਹੀਂ। ਉਹ ਕੋਈ ਨਹੀਂ, ਆਪਣੇ ਹਿਸਾਬ ਨਾਲ ਜਿੰਜ ਤੁਹਾਡਾ ਮਾਈਂਡ ਹੈ ਨਾ, ਜੋ ਤੁਹਾਡਾ ਮਜ਼ਾਜ ਉਂਝ ਕਰੋ ਖਿਦਮਤ, ਬਸ ਛੱਡੋ ਤੁਸੀਂ। ਹਾਂਜੀ ਉਹ ਰਾਜਾ ਸਜਾਵਲ ਹੁਸੈਨ ਤੋਂ ਹਜੇ ਤੱਕ ਇੱਥੇ ਹੀ ਹੈ। ਅਸਲ ਜਿਹੜੇ ਮੁਫਤੀ ਸਾਹਿਬ ਨੇ ਨਾ ਅੰਦਰ ਬੈਠੇ ਨੇ, ਉਹ ਦਿਲ ਤੁਹਾਡਾ ਫਤਵਾ ਆਪੇ ਹੀ ਦੇ ਦੇਗਾ, ਤੂੰ ਜੋ ਕਰਨਾ ਪਿਆ ਠੀਕ ਹੈ ਕਿ ਗਲਤ ਹੈ, ਉਹ ਫਤਵਾ ਮਿਲ ਜਾਂਦਾ ਹੁੰਦਾ ਉੱਥੋਂ। ਛੱਡੋ ਤੁਸੀਂ। ਬੀਮਾ ਸਾਹਿਬ ਕਰ ਲੈਂਗੇ ਜੀ। ਇਹਨੂੰ ਚੁੱਕੋ ਯਾਰ ਜ਼ਰਾ, ਇਹਨੇ ਸੁਬਹ ਜਿਹੜਾ